ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਿ ਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉद्धਦ ਮੰਦੋ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਸੱਚੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕਿਰਪਾ ਮਿਹਰ ਸਦਕਾ ਜੋ ਸ਼ਾਮ ਦੇ ਸਮੇਂ ਦੀਆਂ ਸਤਸੰਗ ਘੜੀਆਂ ਪ੍ਰਾਪਤ ਹਨ। ਇਤਿਹਾਸ ਦੀ ਜੋ ਲੜੀਵਾਰ ਕਥਾ ਚੱਲ ਰਹੀ ਹੈ, ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ ਰਚਿਤ ਸੰਤ ਨੈਣ ਪ੍ਰੇਮ ਸਿੰਘ ਜੀ ਤ੍ਰੇਹਣ ਬੰਸ, ਜੋ ਲੜੀ ਤਹਿਤ ਆਪਾਂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਜੀਵਨ ਪ੍ਰਸੰਗ, ਜੋ ਸ਼ਹੀਦੀ ਦਾ ਪ੍ਰਸੰਗ ਹੈ, ਕੱਲ ਇੱਥੇ ਤੱਕ ਸਰਵਣ ਕੀਤਾ ਹੈ ਕਿ ਗੁਰੂ ਪਾਤਸ਼ਾਹ ਮਹਾਰਾਜ ਦੇ ਸੀਸ ਵਿੱਚ ਤੱਤਾ ਰੇਤ ਪਾਇਆ ਗਿਆ ਹੈ, ਤੱਤੀ ਲੋਹ ਤੇ ਸਤਿਗੁਰੂ ਜੀ ਨੂੰ ਬਿਠਾਇਆ ਹੈ। ਉਪਰੰਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਰਾਵੀ ਇਸ਼ਨਾਨ ਕੀਤਾ ਹੈ, ਜਪਜੀ ਸਾਹਿਬ ਦਾ ਪਾਠ। ਤੇ ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਜੋ ਪਰਲੋਕ ਗਵਨ ਦੀ ਤਿਆਰੀ ਹੈ, ਸ਼ਹੀਦੀ ਦਾ ਪ੍ਰਸੰਗ, ਉਹ ਸਤਿਗੁਰੂ ਜੀ ਨੇ ਹੁਣ ਪਰਲੋਕ ਦੀ ਤਿਆਰੀ ਕਰ ਲਈ। ਸਰੀਰ ਤੇ ਫਲੂਹੇ ਹਨ। ਇਸ਼ਨਾਨ ਦੇ ਉਪਰੰਤ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਰਾਵੀ ਦੇ ਕਿਨਾਰੇ ਬੈਠ ਕਰਕੇ ਜੋ ਜਪਜੀ ਸਾਹਿਬ ਦਾ ਪਾਠ ਸੰਪੂਰਨ ਕੀਤਾ ਹੈ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਇਹ ਕਿਵੇਂ ਸੱਚਖੰਡ ਗਵਨ ਕਰਦੇ ਹੈ, ਕੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਉਪਦੇਸ਼ ਹੈ। ਆਓ ਪ੍ਰੇਮ ਤੇ ਸਤਿਕਾਰ ਦੇ ਨਾਲ ਕਥਾ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਲੱਖ ਤਿਆਰੀ ਸਤਿਗੁਰੂ ਕੀ, ਬ੍ਰਹਮ ਇੰਦਰ ਹਰ ਆਏ। ਗੁਰੂ ਹਰਗੋਬਿੰਦ ਦੇਵ ਜੀ ਪਾਤਸ਼ਾਹ ਦੇ ਸੱਚਖੰਡ ਗਵਨ ਦੀ ਤਿਆਰੀ ਜਾਣ ਕਰਕੇ ਬ੍ਰਹਮਾ, ਇੰਦਰ, ਵਿਸ਼ਨ ਇਤਿਆਦਿਕ ਸਭ ਦੇਵਤੇ ਆਏ ਹਨ। ਸ਼ਿਵ ਗੋਰਖ ਬਹੁ ਪੀਰ ਜੇ, ਨਭ ਥਿਤ ਜੈ ਜੈ ਗਾਏ। ਸ਼ਿਵ ਭਗਵਾਨ, ਗੋਰਖ ਇਤਿਆਦਿਕ ਹੋਰ ਜਿੰਨੇ ਪੀਰ ਹਨ, ਸਾਰੀਆਂ ਦੇਵੀ ਸ਼ਕਤੀਆਂ ਆਕਾਸ਼ ਵਿੱਚ ਟਿਕ ਕਰਕੇ ਜੈ ਜੈਕਾਰ ਗਾਉਂਦੀਆਂ ਹਨ। ਚੌਪਈ ਗੁਪਤ ਆਏ ਸਭ ਮੰਗਲ ਕਰਹਿ,
ਸਾਰੇ ਗੁਪਤਾ ਕਰਕੇ, ਭਾਵ ਕਿ ਸਰੀਰ ਨਹੀਂ ਆਮ ਲੋਕਾਂ ਨੂੰ ਨਹੀਂ ਦਿਸ ਰਹੇ, ਗੋਤਰੂਹਾਂ ਬੰਦਗੀ ਵਾਲਿਆਂ ਨੂੰ ਦਰਸ਼ਨ ਹੋ ਰਹੇ ਹੈ। ਗੁਰੂ ਸਾਹਿਬ ਦਾ ਆ ਕੇ ਮੰਗਲ ਕਰਦੇ ਹਨ। ਪਰ ਵਾਰਤ ਚੌਦਿਸ ਮਹਿ ਥਿਰ ਹੈ। ਚਾਰੇ ਪਾਸੇ ਮਹਾਰਾਜ ਦੇ ਪਰਿਵਾਰ ਗੋਲ ਚੱਕਰ ਹੋ ਕਰਕੇ ਸਤਿਗੁਰੂ ਦੇ ਆਲੇ ਦੁਆਲੇ ਖੜੇ ਹਨ। ਸਤਿਗੁਰ ਚਰਤ ਕਰੇ ਕੋ ਸੁਨੈ। ਤੇ ਸਤਿਗੁਰੂ ਜੀ ਜੋ ਕੌਤਕ ਕਰ ਰਹੇ ਨੇ ਉਸ ਨੂੰ ਸੁਣਦੇ। ਬਿਸਮਤ ਹੋਏ ਕੋ ਔਰ ਮਹਿ ਗੁਨੈ। ਤੇ ਹੈਰਾਨ ਹੋ ਕੇ ਆਪਣੇ ਮਨ ਦੇ ਵਿੱਚ ਵਿਚਾਰਦੇ ਹਨ। ਹਿਨ ਸਮ ਧੀਰਜ ਧਰਨੇ ਮਾਹੇ। ਇਹਨਾਂ ਵਰਗਾ ਕੋਈ ਧੀਰਜ ਧਰਨ ਵਾਲਾ ਜਗ ਮਹਿ ਅਪਰ ਵਿਚਰੀਐ ਨਾਹੀ। ਕੋਈ ਜਗਤ ਵਿੱਚ ਹੋਰ ਨਹੀਂ ਵਿਚਰਿਆ ਦੇਖਿਆ ਜਾਂਦਾ। ਅਜਰ ਜਰਨ ਕੀ ਅਵਧ ਦਿਖਾਈ। ਜਿਨ੍ਹਾਂ ਨੇ ਅਜਰ ਵਸਤੂ ਦੀ ਨੂੰ ਜਰਨ ਦੀ ਜਿਹੜੀ ਦੇਖੋ ਹੱਦ ਹੈ ਅਵਧ, ਉਹ ਹੱਦ ਹੀ ਦਿਖਾ ਦਿੱਤੀ। ਅਛਤ ਸ਼ਕਤ ਤਲ ਕਸ਼ਟ ਉਠਾਈ। ਐਡੀ ਸ਼ਕਤੀ ਹੁੰਦਿਆਂ ਹੋਇਆਂ ਵੀ ਜਿਹੜਾ ਹੈ ਇੰਨਾ ਤਨ ਤੇ ਕਸ਼ਟ ਉਠਾ ਰਹੇ ਹਨ। ਇਨ ਕੀ ਉਪਮਾ ਇਨ ਬਾਨਿਆ ਹੈ। ਇਹਨਾਂ ਦੀ ਜਿਹੜੀ ਉਪਮਾ ਹੈ ਉਹ ਤੇ ਇਹਨਾਂ ਨੂੰ ਹੀ ਬਣ ਆਉਂਦੀ ਹੈ। ਆਵ ਆਵਤ ਸਗਰੇ ਚਿਤ ਚੈ ਹੈ। ਹੁਣ ਸਾਰੇ ਚਿੱਤ ਵਿੱਚ ਇੱਥੇ ਹੀ ਆਉਣਾ ਚਾਹੁੰਦੇ ਹਨ। ਪੁਨਹ ਪਾਠ ਜਪ ਜੀ ਗੁਰ ਕੀਨਾ। ਪਹਿਲਾਂ ਸਤਿਗੁਰੂ ਜੀ ਨੇ ਜਪਜੀ ਸਾਹਿਬ ਦਾ ਪਾਠ ਕੀਤਾ। ਆਸਾ ਸ਼ਬਦ ਪਾਠ ਕਰ ਲੀਨਾ। ਫਿਰ ਭਾਈ ਆਸਾ ਰਾਗ ਦੇ ਸ਼ਬਦਾਂ ਦਾ ਪਾਠ ਕੀਤਾ। ਬਿਸਮ ਚਾਦਰਾ ਲੈ ਕਰ ਤਬੈ। ਇਸ ਤਰ੍ਹਾਂ ਬਿਸਮ ਚਿੱਟਾ ਵਸਤਰ ਸਰੀਰ ਪਰ ਲੈ ਕਰਕੇ ਪੌੜ ਗਏ ਦੇਖਤ ਸਿੱਖ ਸਭੈ। ਸਾਰੇ ਸਿੱਖਾਂ ਦੇ ਵੇਖਦਿਆਂ ਸਤਿਗੁਰੂ ਜੀ ਲੰਮੇ ਪੈ ਗਏ। ਵਾਹਿਗੁਰੂ ਸਿੱਖ ਮੁਖੋਂ ਚਾਰੈ। ਸਿੱਖ ਮੁਖੋਂ ਵਾਹਿਗੁਰੂ ਵਾਹਿਗੁਰੂ ਉਚਾਰਦੇ ਹਨ। ਗੁਰ ਚਰਨਨ ਮਹਿ ਹਿਤ ਕੋ ਧਾਰੈ। ਗੁਰੂ ਦੇ ਚਰਨਾਂ ਵਿੱਚ ਪ੍ਰੇਮ ਧਾਰਦੇ ਨੇ। ਦੋਹਰਾ ਸੰਮਤ ਗ੍ਰਹਿ ਗੁਣ ਸਸ ਲਖੋ। ਚੌਥ ਜੇਠ ਸੁਦ ਜਾਨ। ਕਿਹੜਾ ਦਿਨ ਸੀ? ਸੰਤ ਰੇਣ ਜੀ ਕਹਿੰਦੇ ਭਾਈ ਸੰਮਤ ਸਾਲ ਜਿਹੜਾ ਹੈ ਗ੍ਰਹਿ ਗੁਣ ਸਸ। ਗ੍ਰਹਿ 9 ਹੁੰਦੇ ਐ, ਗੁਣ ਰਜੋ ਤਮੋ ਸਤੋ 3 ਨੇ, ਸਸ ਨਾਮ ਚੰਦਰਮਾ 1। ਇਹਨੂੰ ਉਲਟਾ ਕਰਕੇ ਪੜ੍ਹ ਲੈਣਾ 1 3 ਤੇ 9। 139 ਨਾਨਕ ਸ਼ਾਹੀ ਸੰਮਤ ਜਾਣ ਲੋ। ਜੇਠ ਸੁਦੀ ਚੌਥ ਦਾ ਦਿਨ ਹੈ। ਵਾਰ ਸੋ ਸ਼ੁਕਰ ਬਖਾਨੀਏ। ਦਿਵਸ ਚੜ੍ਹੇ ਪਰਮਾਨ। ਉਸ ਦਿਨ ਭਾਈ ਸ਼ੁੱਕਰਵਾਰ ਦਾ ਦਿਨ ਹੈ ਜਾਂ ਸ਼ੁਕਰ ਗੁਰੂ ਨੂੰ ਵੀ ਕਹਿੰਦੇ ਆ। ਤੇ ਦਿਨ ਚੜ੍ਹੇ ਇਹ ਜਾਣ ਲਓ ਸਵੇਰ ਦਾ ਸਮਾਂ ਹੈ। ਚੌਪਈ ਨਿਜ ਇੱਛਾ ਗੁਰ ਤਿਆਗੇ ਪ੍ਰਾਨਾ। ਉਸ ਸਮੇਂ ਸਤਿਗੁਰੂ ਜੀ ਨੇ ਇੱਛਾ ਸਹਿਤ ਆਪਣੇ ਪ੍ਰਾਣ ਛੱਡੇ। ਹਨੇ ਡੰਕ ਸੁਰ ਬ੍ਰਿੰਦ ਨਿਸ਼ਾਨਾ। ਤਾਂ ਭਾਈ ਉਸ ਸਮੇਂ ਨਗਾਰੇ ਜਿਹੜੇ ਹਨ ਦੇਵਤਿਆਂ ਨੇ ਵਜਾਏ, ਬਹੁਤ ਹੀ ਡੰਕੇ ਵਜਾਏ ਹਨ। ਮੰਜਲ ਫੂਲਨ ਅੰਜਲ ਡਾਰ ਹੈ। ਫੁੱਲਾਂ ਦੇ ਬੁੱਕ ਭਰ ਭਰ ਕੇ ਮਹਾਰਾਜ ਤੇ ਵਰਸਾਉਂਦੇ ਨੇ। ਜੈ 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 ਇੱਕ ਬਾਰ ਉਚਾਰੈ। ਸਾਰੇ ਜੈ ਜੈਕਾਰ ਇੱਕੋ ਵਾਰੀ ਭਾਵ ਇਕੱਠੇ ਹੀ ਉਚਾਰਦੇ ਹਨ। ਧੂਪ ਤੁਖਾਏ ਸੁਗੰਧ ਬਿਥਾਰਾ। ਐਸੀ ਧੂਫ ਲਾ ਦਿੱਤੀ ਸਾਰੇ ਬ੍ਰਹਿਮੰਡ ਵਿੱਚ ਸੁਗੰਧੀ ਹੋ ਗਈ। ਨਮਰੀ ਹੋਏ ਬਿਵਾਨ ਬਠਾਰਾ। ਸਤਿਗੁਰੂ ਪਾਤਸ਼ਾਹ ਜੀ ਦੇ ਆਤਮਿਕ ਸਰੂਪ ਨੂੰ ਨਿਮਰਤਾ ਸਹਿਤ ਹੋ ਕੇ
ਉਹਨਾਂ ਦੇਵਤਿਆਂ ਨੇ ਵਿਮਾਨ ਵਿੱਚ ਬਿਠਾਇਆ ਹੈ। ਭਇਓ ਆਕਾਸ਼ ਅਰਣ ਹੀ ਬਰਣਾ, ਸਾਰਾ ਆਕਾਸ਼ ਲਾਲ ਰੰਗ ਦਾ ਹੋ ਗਿਆ ਹੈ। ਪੇਖਤ ਲੋਕ ਅਚਰਜ ਉਰ ਕਰਣਾ, ਜਦੋਂ ਲੋਕ ਵੇਖਦੇ ਨੇ ਹਿਰਦੇ ਵਿੱਚ ਅਚਰਜ ਕਰਦੇ ਹਨ। ਸਿੱਖ ਕੀ ਸੁਤਾ ਜਾਨ ਸਭ ਗਈ, ਇਹ ਜੋ ਸਿੱਖ ਦੀ ਲੜਕੀ ਸੀ ਚੰਦੂ ਦੀ ਨੂੰਹ, ਉਹ ਵੀ ਸਭ ਕੁਝ ਜਾਣ ਗਈ। ਤ੍ਰਿਣ ਸਮ ਤਨ ਪਰ ਹਰ ਸੰਗ ਭਈ, ਜਿਵੇਂ ਗੁਰਮੁਖੋ ਘਾਹ ਦੀ ਤਿਣ ਤੋੜ ਕੇ ਸੁੱਟ ਦੇਈਦੀ ਹੈ, ਇਸ ਤਰ੍ਹਾਂ ਆਪਣੇ ਤਨ ਨੂੰ ਪਰ ਹਰ ਸੰਗ ਭਈ ਛੱਡ ਕੇ ਸਤਿਗੁਰਾਂ ਦੇ ਨਾਲ ਹੀ ਚੱਲ ਪਈ। ਘਰ ਮਹਿ ਪਰੀ ਨਾ ਕਿਨਹੂ ਜਾਨੀ, ਉਹ ਘਰ ਦੇ ਵਿੱਚ ਪਈ ਹੈ, ਸਰੀਰ ਛੱਡ ਦਿੱਤਾ, ਕਿਸੇ ਨੇ ਨਹੀਂ ਇਹ ਜਾਣਿਆ। ਗਈ ਗੁਰੂ ਸੰਗ ਭਾਗ ਮਹਾਨੀ, ਗੁਰੂ ਸਾਹਿਬ ਜੀ ਦੇ ਨਾਲ ਹੀ ਚਲੀ ਗਈ ਜੋ ਵੱਡੇ ਭਾਗਾਂ ਵਾਲੀ ਹੈ। ਊਰਦ ਗੁਰ ਕੋ ਚੱਲਿਓ ਬਿਬਾਨਾ, ਗੁਰੂ ਸਾਹਿਬ ਦਾ ਵਿਵਾਨ ਉੱਪਰ ਨੂੰ ਚੱਲਿਆ ਹੈ। ਗਨ ਦੇਵਨ ਕੋ ਸੰਗ ਪਿਆਨਾ, ਨਾਲ ਸਾਰੇ ਦੇਵਤੇ ਚੱਲੇ ਹਨ। ਜਹ ਲਗ ਜਿਸ ਕੀ ਸ਼ਕਤ ਪਿਆਨਨ, ਜਿੱਥੇ ਤੱਕ ਕਿਸੇ ਦੀ ਸ਼ਕਤੀ ਸੀ ਜਾਣ ਦੀ। ਬਹੁਰ ਥਿਰਹਿ ਪਿਖ ਕਰ ਉਚਾਨਨ, ਉੱਥੇ ਫਿਰ ਉਹ ਟਿਕ ਜਾਂਦੇ ਹਨ। ਫਿਰ ਭਾਈ ਉਹ ਚਾਨਣ ਸਤਿਗੁਰੂ ਨੂੰ ਅੱਗੇ ਜਾਂਦਾ ਵੇਖਦੇ ਨੇ। ਗੋਰਖ ਆਦ ਪੀਰ ਸਭ ਮੁਰੇ, ਜਿੰਨੇ ਗੋਰਖ ਇਤਿਆਦਿਕ ਪੀਰ ਹਨ ਸਭ ਵਾਪਸ ਮੁੜ ਪਏ। ਬੰਧਨ ਕਰ ਕਰ ਨਿਜ ਥਲ ਥਿਰੇ, ਉਹ ਨਮਸਕਾਰਾਂ ਕਰਦੇ ਹਨ, ਆਪੋ ਆਪਣੀ ਜਗ੍ਹਾ ਤੇ ਟਿਕ ਗਏ। ਇੰਦਰ ਆਦ ਪੁਨ ਬੰਧਨ ਧਾਰੀ, ਫਿਰ ਇੰਦਰ ਇਤਿਆਦਿਕ ਦੇਵਤਿਆਂ ਵੀ ਬੰਦਨਾ ਕੀਤੀ ਹੈ। ਹਟੇ ਸੰਗ ਗੁਰ ਚੱਲੇ ਅਗਾਰੀ, ਉਹ ਵੀ ਆਪਣੇ ਵਿਕੁੰਠ ਸਵਰਗ ਵਿੱਚ ਟਿਕ ਗਏ, ਗੁਰੂ ਸਾਹਿਬ ਅੱਗੇ ਚੱਲੇ ਹਨ। ਬ੍ਰਹਮ ਲੋਕ ਲਗ ਬ੍ਰਹਮਾ ਸਾਥ, ਫਿਰ ਅੱਗੇ ਬ੍ਰਹਮ ਲੋਕ ਤੱਕ ਬ੍ਰਹਮਾ ਦੇਵਤਾ ਵੀ ਨਾਲ ਚੱਲਿਆ। ਵਿਸ਼ਨ ਸੰਗ ਸ੍ਰੀ ਸਤਿਗੁਰ ਨਾਥ, ਅੱਗੇ ਭਗਵਾਨ ਵਿਸ਼ਨੂੰ ਜੀ ਆਪਣੀ ਵਿਸ਼ਨਪੁਰੀ ਤੱਕ ਸਤਿਗੁਰੂ ਮਾਲਕ ਦੇ ਨਾਲ ਚੱਲੇ। ਗੁਰਪੁਰ ਸਦਨ ਬੈਕੁੰਠ ਪਹੁੰਚੇ, ਫਿਰ ਸਤਿਗੁਰੂ ਜੀ ਅੱਗੇ ਇਕੱਲੇ ਹੀ ਗੁਰਪੁਰੀ ਆਪਣੇ ਘਰ ਬੈਕੁੰਠ ਪਹੁੰਚ ਗਏ। ਸਰਬ ਲੋਕ ਤੇ ਅਹਿ ਜੋ ਉੱਚੇ, ਜਿਹੜਾ ਇਹਨਾਂ ਸਾਰੇ ਦੇਵਤਿਆਂ ਦੇ ਲੋਕਾਂ ਤੋਂ ਸੱਚਖੰਡ ਉੱਚਾ ਹੈ। ਦੋਹਰਾ ਇਤ ਸਿੱਖ ਪੰਚ ਪਰਿਵਾਰ ਗੁਰ, ਸੰਕਟ ਪਾਏ ਕਰਾਲ। ਇਧਰ ਭਾਈ ਜਿਹੜੇ ਸਿੱਖ ਨੇ ਸਿਆਣੇ ਹੋਰ ਗੁਰੂ ਕਾ ਪਰਿਵਾਰ, ਉਹਨਾਂ ਨੇ ਬਹੁਤਾ ਦੁੱਖ ਪਾਇਆ ਹੈ। ਧੀਰਜ ਛੁਟਿਓ ਸਭਨ ਤੇ, ਕਰ ਵੈਰਾਗ ਵਿਸਾਲ। ਸਾਰਿਆਂ ਤੋਂ ਹੌਸਲਾ ਛੁੱਟ ਗਿਆ, ਬਹੁਤ ਹੀ ਵਿਰਾਗ ਕਰਦੇ ਹਨ। ਚੌਪਈ ਕਹਿ ਜੇਠਾ ਵਡ ਹੰਸਹਿ ਗਾਵੋ, ਭਾਈ ਜੇਠਾ ਜੀ ਕਹਿੰਦੇ ਭਾਈ ਵਡਹੰਸ ਰਾਗ ਦੇ ਸ਼ਬਦ ਗਾਇਨ ਕਰੋ। ਗੁਰ ਪਰਲੋਕ ਭਾ ਸ਼ਬਦ ਸੁਣਾਵੋ, ਸਤਿਗੁਰੂ ਪਰਲੋਕ ਗਏ ਨੇ, ਗੁਰਬਾਣੀ ਸ਼ਬਦ ਸੁਣਾਉਣਾ ਕਰੋ। ਉਤ ਪਾਪੀ ਗ੍ਰਹਿ ਮੈਂ ਜੋ ਬੈਸੇ, ਉਧਰ ਪਾਪੀ ਦੇ ਘਰ ਜਿੰਨੇ ਵੀ ਸਭ ਬੈਠੇ ਹਨ। ਕਰਤ ਪ੍ਰਤੀਖਤ ਆਏ ਨਾ ਕੈਸੇ, ਉਹ ਉਡੀਕਦੇ ਨੇ ਕਿ ਗੁਰੂ ਸਾਹਿਬ ਹਜੇ ਤੱਕ ਆਏ ਨਹੀਂ। ਵੱਡੀ ਦੇਰ ਲਾਗੀ ਨਹਿ ਆਏ, ਚੰਦੂ ਸੋਚਦਾ ਬਹੁਤ ਸਮਾਂ ਲੱਗ ਗਿਆ, ਦੇਰ ਲਾਗੀ ਨਹੀਂ ਆਏ ਹਨ। ਕਹਾ ਭਈ ਗਤ ਲਖੀ ਨਾ ਜਾਏ, ਐਸੀ ਹਾਲਤ ਕੀ ਹੋਈ ਹੈ ਜੋ ਜਾਣੀ ਨਹੀਂ ਜਾਂਦੀ। ਇਤਨੇ ਮਹਿ ਉਤਲਾਵ ਤੇ ਆਵਾ, ਇਹਨਾਂ ਨੂੰ ਇੱਕ ਕਾਲੀ ਵਿੱਚ ਆਇਆ ਹੈ। ਸੇਵਕ ਸੰਗ ਕਿਤੇ ਕਰ ਲਿਆਵਾ, ਉਹ ਸੇਵਕ ਹਨ, ਨਾਲ ਕੁਝ ਨਾਣ ਲਿਆਇਆ ਹੈ। ਪਿਖ ਜੇਠੇ ਤਿਸ ਸੰਗ ਸੁਨਾਇਓ,
ਉਹਨੇ ਭਾਈ ਜੇਠੇ ਨੂੰ ਵੇਖਿਆ ਤੇ ਦੱਸਿਆ ਹੈ, ਦੁਸ਼ਟ ਪਾਤ ਕੀ ਪਾਪ ਕਮਾਇਓ। ਇਹ ਚੰਦੂ ਦੁਸ਼ਟ ਨੀਚ ਪਾਪੀ ਨੇ ਪਾਪ ਕਮਾਇਆ ਹੈ। ਤਬ ਸਿਰ ਚੜੇ ਦੋਸ਼ ਵੱਢ ਦੈ ਕੈ। ਇਹਦੇ ਸਿਰ ਜਿਹੜਾ ਭਾਈ ਜੇਠਾ ਜੀ ਕਹਿਣ ਲੱਗੇ ਕਿ ਚੰਦੂ ਪਾਪੀਆ ਤੇਰੇ ਸਿਰ ਦੋਸ਼ ਚੜ ਗਿਆ, ਮਹਾਰਾਜ ਤਾਂ ਸੱਚਖੰਡ ਚਲੇ ਗਏ ਤੇਰੇ ਸਿਰ ਵੱਡਾ ਦੋਸ਼ ਦੇ ਕਰਕੇ। ਗਏ ਪਰਲੋਕ ਦੇਹ ਤਜ ਕੈ ਕੈ। ਆਪਣੇ ਸਰੀਰ ਨੂੰ ਛੱਡ ਕੇ ਸਤਿਗੁਰੂ ਪਰਲੋਕ ਚਲੇ ਗਏ। ਕਰ ਕੂਰੋ ਮਾਰੈ ਹਤਿਆਰੇ। ਇਸ ਤਰ੍ਹਾਂ ਹਤਿਆਰਿਆਂ ਨੂੰ ਝੂਠੇ ਕਰਕੇ ਜਿਹੜਾ ਹੈ ਉਹ ਮਾਰਿਆ ਜਾਊ ਜਾਂ ਮਾਰੇ ਜਾਓਗੇ। ਬਚੈ ਨਹੀਂ ਕਰ ਜਤਨ ਹਜ਼ਾਰੇ। ਹੁਣ ਭਾਵੇਂ ਹਜ਼ਾਰਾਂ ਯਤਨ ਕਰ ਲਾ ਤੂੰ ਬਚੇਗਾ ਨਹੀਂ। ਦੁਸ਼ਟ ਤਵੈ ਬਿਸਮਿਓ ਡਰ ਪਾਇਓ। ਚੰਦੂ ਦੁਸ਼ਟ ਹੈਰਾਨ ਹੋਇਆ ਤੇ ਬਹੁਤ ਡਰ ਪਾਇਆ ਹੈ। ਤਤ ਛਿਨ ਭਾਗਿਓ ਧਾਮ ਸਿਧਾਇਓ। ਤੁਰੰਤ ਹੀ ਭੱਜਿਆ ਆਪਣੇ ਘਰ ਨੂੰ ਚਲਿਆ ਗਿਆ। ਸਦਨ ਰੁਦਨ ਵੱਡ ਸੁਣਿਓ ਪੁਕਾਰਾ। ਜਦੋਂ ਘਰ ਗਿਆ ਤੇ ਘਰੇ ਵੀ ਬਹੁਤ ਰੋਣ ਦੀ ਆਵਾਜ਼ ਸੁਣੀ। ਚਕਤ ਚਿੱਤ ਹੋਇ ਤਬ ਹੈ ਉਚਾਰਾ। ਇਉਂ ਚਿੱਤ ਵਿੱਚ ਚੱਕਰ ਜੇ ਖਾ ਕੇ ਹੈਰਾਨ ਹੋ ਕੇ ਫਿਰ ਕਹਿੰਦਾ, ਕਹਿਤ ਭਇਓ ਕਿਉਂ ਕਰੋ ਬਿਰਲਾਪਾ। ਕਹਿੰਦਾ ਵੀ ਤੁਸੀਂ ਕਿਉਂ ਬਿਰਲਾਪ ਕਰਦੇ ਹੋ। ਕੌਣ ਗਜਬ ਗੁਜਰਿਓ ਫਲ ਪਾਪਾ। ਕਿਹੜਾ ਐਸਾ ਹੈਰਾਨੀਜਨਕ ਪਾਪ ਦਾ ਫਲ ਗਜਬ ਹੈਰਾਨੀਜਨ ਫਲ ਗੁਜਰਿਆ ਹੋਇਆ ਹੈ। ਸੇਵਕ ਆਨ ਕਹਿਓ ਤਤਕਾਲਾ। ਤਾਂ ਤੁਰੰਤ ਇਹਦੇ ਸੇਵਕ ਨੇ ਦੱਸਿਆ ਨੌਕਰ ਨੇ, ਨੁਖਾ ਮ੍ਰਿਤਕ ਔਚਕ ਭਾ ਕਾਲਾ। ਇਹ ਤੁਹਾਡੀ ਨਹੁੰ ਅਚਾਨਕ ਹੀ ਕਾਲ ਵਸ ਹੋ ਗਈ। ਅਨਕ ਤਰਕ ਨਾ ਸੁਨਤ ਵਿਚਾਰੈ। ਅਨੇਕਾਂ ਤਰਕ ਜੀ ਕਰਦਾ ਸੁਣਦਾ ਵਿਚਾਰਦਾ ਹੈ। ਬਿਨਾ ਰੋਗ ਕਿਉਂ ਮਰੀ ਉਚਾਰੈ। ਕਹਿੰਦਾ ਉਹ ਬਿਨਾ ਰੋਗ ਤੋਂ ਹੀ ਕਿਸ ਤਰ੍ਹਾਂ ਮਰ ਗਈ। ਦੁਖੀ ਬਿਸੂਰਤ ਮੂਰਖ ਮਾਨੀ। ਇਹਨੇ ਝੂਰਦੇ ਹੋਏ ਨੇ ਦੁਖੀ ਹੋ ਕੇ ਮੂਰਖ ਨੇ ਮੰਨਿਆ। ਮਨੋ ਕਸ਼ਟ ਕੀ ਉਪਜ ਕਹਾਣੀ। ਤੇ ਆਪਣੇ ਮਨੋਂ ਹੀ ਫਿਰ ਦੁੱਖ ਦੀ ਕੋਈ ਕਹਾਣੀ ਘੜ ਲਈ। ਉਤ ਸਤਿਗੁਰ ਕੀ ਸੁਧ ਬਿਦਤਾਈ। ਇਧਰ ਸਤਿਗੁਰੂ ਜੀ ਦੀ ਵੀ ਖਬਰ ਸਾਰੇ ਪ੍ਰਗਟ ਹੋ ਗਈ। ਪਰਿਉ ਰੌਰ ਸਿੱਖਨ ਮਹਿ ਆਈ। ਸਿੱਖਾਂ ਵਿੱਚ ਸਾਰੇ ਰੌਲਾ ਪੈ ਗਿਆ ਹੈ। ਤਜ ਤਜ ਕਾਜ ਬਨਕ ਵਿਵਹਾਰ। ਸਾਰੇ ਆਪੋ ਆਪਣੇ ਕੰਮਕਾਰ ਵਪਾਰ ਛੱਡ ਕੇ ਆਏ ਨਦੀ ਤਟ ਸਿੱਖ ਨਰ ਨਾਰ। ਮਾਈ ਭਾਈ ਨਦੀ ਦੇ ਕਿਨਾਰੇ ਪਹੁੰਚ ਗਏ। ਭਈ ਭੀੜ ਕਛ ਗਿਣੀ ਨਾ ਜਾਏ। ਇੰਨਾ ਇਕੱਠ ਹੋਇਆ ਕਿ ਗਿਣਤੀ ਨਹੀਂ ਹੁੰਦੀ ਹੈ। ਕਿਤਕ ਸਮੱਗਰੀ ਲੈ ਕਰ ਆਏ। ਕੁਝ ਐਸੀ ਸਮੱਗਰੀ ਵਗੈਰਾ ਨਾਲ ਲਿਆਏ ਹਨ। ਪੰਜ ਸਿੱਖਨ ਸਨ ਮਿਲ ਵੈਰਾਗੀ। ਜਿਹੜੇ ਪੰਜ ਸਿੱਖ ਨੇ ਜਾਂ ਸਾਰੇ ਸ੍ਰੇਸ਼ਟ ਸਿੱਖ ਹਨ ਵਿਰਾਗ ਸਹਿਤ ਮਿਲੇ ਹਨ। ਸਭ ਕੇ ਮਨ ਅਤ ਕਸ਼ਟ ਸੋ ਜਾਗੇ। ਸਾਰਿਆਂ ਦੇ ਮਨ ਵਿੱਚ ਬਹੁਤ ਵੱਡਾ ਕਸ਼ਟ ਹੈ। ਵਿਧੀ ਚੰਦ ਤਬ ਗੁਰੂ ਨਿਦੇਸ਼। ਬਾਬਾ ਵਿਧੀ ਚੰਦ ਜੀ ਨੇ ਫਿਰ ਜੋ ਗੁਰੂ ਸਾਹਿਬ ਦੀ ਆਗਿਆ ਹੈ ਸਭ ਸਿੱਖਾਂ ਸਮਝਾਏ ਵਿਸ਼ੇਸ਼। ਸਾਰੇ ਸਿੱਖਾਂ ਨੂੰ ਵਿਸ਼ੇਸ਼ ਤੌਰ ਤੇ ਦੱਸੀ। ਵਾਹਿਗੁਰੂ ਸੁਨ ਬਦਨ ਕਹੰਤੇ। ਤਾਂ ਫਿਰ ਉਹ ਸਾਰੇ ਸੁਣ ਕੇ ਮੁਖੋਂ ਵਾਹਿਗੁਰੂ ਵਾਹਿਗੁਰੂ ਕਹਿੰਦੇ ਹਨ। ਇਕੱਠੇ ਭਏ ਅਦਕ ਦੁਖਵੰਤੇ। ਬਹੁਤ ਜ਼ਿਆਦੇ ਦੁੱਖ ਵਿੱਚ ਹੋਏ ਸਾਰੇ ਇਕੱਠ ਹੋਇਆ ਹੈ। ਤਤ ਛਿਨ ਸੁੰਦਰ ਰਚਿਓ ਬਿਵਾਨਾ। ਤੁਰੰਤ ਹੀ ਫਿਰ ਸੋਹਣਾ ਸੁੰਦਰ ਬਿਵਾਨ ਰਚਿਆ ਹੈ। ਸਿੱਖਨ ਖਰਚਿਓ ਦਰਬ ਮਹਾਨਾ। ਜਿਹਦੇ ਤੇ ਸਿੱਖਾਂ ਨੇ ਬਹੁਤ ਧਨ ਖਰਚਿਆ ਹੈ। ਸਤਿਗੁਰ ਸੇਵ ਜੇ ਹੋਏ ਇਸ ਸਮੇਂ।
ਇਸ ਸਮੇਂ ਜੋ ਸਤਿਗੁਰੂ ਜੀ ਦੀ ਸੇਵਾ ਹੋ ਜਾਵੇ, ਸਫਲ ਹੈ ਸੋ ਧਨ ਨਿਸ਼ਚੈ ਹਮੈ। ਉਹ ਭਾਈ ਧਨ ਨਿਸ਼ਚੇ ਹੀ ਸਾਡਾ ਸਫਲ ਹੋਵੇਗਾ। ਜਰੀ ਬਾਦਨਾ ਰੇਸ਼ਮ ਚੀਰ, ਜਰੀ ਦੇ ਬਾਦਲੇ ਦੇ ਰੇਸ਼ਮ ਦੇ ਬਸਤਰ ਨੇ, ਪਰ ਹੈ ਦੁਸ਼ਾਲੇ ਮੋਲ ਗਹੀਰ। ਫਿਰ ਬਹੁਤ ਵੱਡੇ ਮੁੱਲ ਦੇ ਦੁਸ਼ਾਲੇ ਪਾਏ ਹਨ। ਸੇਤ ਬਸਤਰ ਮਸਰੂ ਬਿਦ ਘਨੇ, ਇਹ ਬਸਤਰਾਂ ਦੇ ਨਾਂ ਨੇ ਮਸਰੂ ਦੇ, ਚਿੱਟੇ ਬਸਤਰ ਬਹੁਤ ਹੀ। ਉੱਪਰ ਪਾਏ ਸ਼ੋਕ ਮਨ ਸਨੇ, ਮਨ ਦੇ ਦੁੱਖ ਸਹਿਤ ਸਤਿਗੁਰਾਂ ਦੇ ਉਹ ਬਸਤਰ ਉੱਪਰ ਪਾਏ ਹਨ। ਸੰਖ ਬ੍ਰਿੰਦ ਭਰ ਫੂਕ ਬਜਾਏ, ਬਹੁਤ ਜਿਹੜੇ ਸੰਖ ਨੇ ਫੂਕਾਂ ਭਰ ਭਰ ਕੇ ਵਜਾਏ ਹਨ। ਸ੍ਰੀ ਗੁਰ ਕੀ ਜੈਕਾਰ ਸੁਨਾਏ, ਜੋ ਸ੍ਰੀ ਗੁਰੂ ਸਾਹਿਬ ਦੀ ਜੈ ਜੈਕਾਰ ਕਰਦੇ ਨੇ। ਚਾਮਰ ਚਾਰ ਚਾਰ ਦਿਸ ਫੇਰੇ, ਚਾਰ ਚੌਰ ਸਿੱਖ ਚਾਰੇ ਪਾਸਿਓਂ ਚਲਾਉਂਦੇ ਹਨ। ਫੂਲ ਮਾਲ ਲਰਕਾਏ ਕਨੇਰੇ, ਤੇ ਬਹੁਤ ਫੁੱਲਾਂ ਦੀਆਂ ਮਾਲਾ ਲਟਕਾਈਆਂ ਨੇ। ਚੰਦਨ ਚਰਚਹਿ ਧੂਪ ਤੁਖਾਵਹਿ, ਚੰਦਨ ਛਿੜਕਦੇ ਧੂਪਾਂ ਲਾਈਆਂ ਹਨ। ਕਰ ਜੋਰੈ ਔਰ ਪ੍ਰੇਮ ਵਧਾਵਹਿ, ਹੱਥ ਜੋੜੇ ਹਿਰਦੇ ਤੋਂ ਬਹੁਤ ਪ੍ਰੇਮ ਵਧਾਉਂਦੇ ਨੇ। ਚੰਦੂ ਕੋ ਬਹੁ ਗਾਰੀ ਦਹਿ, ਤੇ ਚੰਦੂ ਨੂੰ ਬਹੁਤ ਮਾੜਾ ਜਿਹੜਾ ਬੋਲਦੇ ਨੇ, ਗਾਲਾਂ ਦਿੰਦੇ ਹਨ। ਗੁਰ ਕੀ ਮਾਰ ਇਸੈ ਅਬ ਪੈ ਹੈ, ਕਹਿੰਦੇ ਇਹਨੂੰ ਹੁਣ ਗੁਰੂ ਸਾਹਿਬ ਦੀ ਮਾਰ ਪਵੇਗੀ। ਕੇਤਕ ਜਪ ਜੀ ਪਾਠ ਪਠੰਤੇ, ਕਿੰਨੇ ਫਿਰ ਸਿੱਖ ਜਪਜੀ ਸਾਹਿਬ ਦਾ ਪਾਠ ਕਰਨ ਲੱਗ ਪਏ। ਕੇਤਕ ਗੁਰੂ ਗੁਰੂ ਸਿਮਰੰਤੇ, ਕਿੰਨੇ ਹੀ ਵਾਹਿਗੁਰੂ ਵਾਹਿਗੁਰੂ ਸਿਮਰਦੇ ਨੇ। ਕੇਤਕ ਸਵਾਸ ਲੈ ਸ਼ੋਕ ਵਧਾਵੈ, ਕਿੰਨੇ ਹੀ ਭਾਈ ਹੌਂਕੇ ਜੇ ਲੈ ਕੇ ਦੁੱਖ ਜਿਹਾ ਮਹਿਸੂਸ ਕਰਦੇ ਹਨ। ਕੇਤਕ ਸਰਾਹੈ ਸੀਲ ਸਹਾਵੈ, ਕਿੰਨੇ ਸਿਫਤਾਂ ਕਰ ਰਹੇ, ਕੋਈ ਚੁੱਪੀ ਕਰਕੇ ਬੈਠੇ ਨੇ। ਕੇਤਕ ਨਿਕਾਰਹਿ ਖਲ ਕੋ ਗਾਰੀ, ਕਿੰਨੇ ਐਸੇ ਨੇ ਜਿਹੜੇ ਮੂਰਖ ਚੰਦੂ ਨੂੰ ਗਾਲਾਂ ਕੱਢਦੇ ਹਨ। ਤੁਰਕ ਰਾਜ ਕੀ ਜਰਾ ਉਖਾਰੀ, ਇਹਨੇ ਤਾਂ ਤੁਰਕਾਂ ਦੇ ਰਾਜ ਦੀਆਂ ਜੜਾਂ ਹੀ ਪੱਟ ਦਿੱਤੀਆਂ ਨੇ। ਲੈ ਰਾਵੀ ਕੇ ਗਏ ਪ੍ਰਵਾਹੂ, ਫਿਰ ਰਾਵੀ ਦੇ ਪ੍ਰਵਾਹ ਵਿੱਚ ਲੈ ਗਏ ਹਨ। ਜਲ ਜਹ ਜਲ ਚਲਤ ਕਲਤ ਬਲ ਮਾਹੂ, ਜਿੱਥੇ ਬਹੁਤ ਡੂੰਘਾ ਬਲ ਤੇਜ਼ੀ ਨਾਲ ਜਲ ਚੱਲ ਰਿਹਾ ਸੀ। ਵਿਧੀਆ ਜੇਠਾ ਲੰਗ ਪੈੜਾ ਪਿਰਾਨਾ, ਭਾਈ ਵਿਧੀ ਚੰਦ, ਭਾਈ ਜੇਠਾ, ਭਾਈ ਲੰਗਾਹਾ, ਭਾਈ ਪੈੜਾ ਜੀ, ਭਾਈ ਪ੍ਰਾਣਾ ਜੀ। ਇਨਸਾਨ ਜਿਸ ਵਿਦ ਅੰਤ ਵਖਾਨਾ, ਇਹਨਾਂ ਨੂੰ ਜਿਸ ਤਰ੍ਹਾਂ ਅੰਤ ਦੇ ਸਮੇਂ ਸਤਿਗੁਰੂ ਨੇ ਬਚਨ ਕਹੇ, ਤਿਸ ਵਿਦ ਕਰਤ ਬੇਗ ਮਹਿ ਗਏ, ਉਸੇ ਤਰ੍ਹਾਂ ਹੀ ਕਰਦੇ ਹੋਏ ਇਹ ਬੇਗ ਦੇ ਵਿੱਚ ਭਾਵ ਜਿਹੜਾ ਹੈ ਅੰਦਰ ਗਏ ਹਨ। ਸਾਰਾ ਕੁਝ ਕਰਕੇ ਕੰਧ ਬਿਮਾਨ ਉਤਾਰਤ ਭਏ, ਜੋ ਮੋਢਿਆਂ ਤੋਂ ਬਿਮਾਨ ਇਹਨਾਂ ਉਤਾਰਿਆ ਹੈ। ਜਲ ਮਹਿ ਸਥਿਤ ਜਬ ਕਰ ਦੀਨ, ਜਦੋਂ ਜਲ ਦੇ ਵਿੱਚ ਸਤਿਗੁਰਾਂ ਦਾ ਸਰੀਰ ਟਿਕਾ ਦਿੱਤਾ। ਜਲ ਪਤ ਬਰਨ ਆਏ ਤਬ ਲੀਨ, ਤਾਂ ਜਲ ਦਾ ਪਤੀ ਬਰਨ ਦੇਵਤਾ ਸਤਿਗੁਰਾਂ ਨੂੰ ਅੱਗਿਓਂ ਲੈਣ ਵਾਸਤੇ ਆਇਆ। ਸਭ ਵਿਦ ਸੋ ਪੂਜਨ ਕਰ ਆਛੇ, ਉਹਨੇ ਵੀ ਸਭ ਤਰ੍ਹਾਂ ਕਰਕੇ ਵਿਧੀ ਸਹਿਤ ਚੰਗਾ ਪੂਜਨ ਮਹਾਰਾਜ ਦੇ ਸਰੀਰ ਦਾ ਕੀਤਾ ਹੈ। ਜਲ ਸਰੂਪ ਕਰ ਅਧੀਨ ਸਪਾਛੇ, ਉਸ ਤੋਂ ਪਿੱਛੋਂ ਫਿਰ ਜਲ ਸਰੂਪ ਹੀ ਕਰ ਲਿਆ, ਭਾਵ ਜਲ ਦੇ ਵਿੱਚ ਹੀ ਸਮਾ ਗਏ। ਬਹੁਰ ਨਹੀਂ ਨਿਜ ਦੇਹ ਦਿਖਾਈ, ਮੁੜ ਕੇ ਮਹਾਰਾਜ ਨੇ ਫਿਰ ਆਪਣੀ ਦੇਹ ਨਹੀਂ ਦਿਖਾਈ ਹੈ। ਜਲ ਸਵਰੂਪ ਹੋਇ ਗੇ ਤਿਸ ਥਾਈ, ਉਸ ਜਗ੍ਹਾ ਜਲ ਸਰੂਪ ਹੀ ਹੋ ਗਏ। ਨਰ ਨਾਰੀ ਹਟ ਕੀਨ ਇਸ਼ਨਾਨ, ਮਾਈ ਭਾਈ ਮੁੜੇ ਹਨ ਇਸ਼ਨਾਨ ਕੀਤਾ ਹੈ। ਨਗਰ ਦਿਸਾ ਤਬ ਕੀਨ ਪਿਆਨ,
ਫਿਰ ਨਗਰ ਵੱਲ ਨੂੰ ਸਭ ਨੇ ਪਿਆਨਾ ਕੀਤਾ ਹੈ। ਪੁਰਾਣੇ ਸਮਿਆਂ ਵਿੱਚ ਇਸ਼ਨਾਨ ਕਰਨਾ ਇਹ ਸਹੀ ਸਮਝਦੇ ਸੀ। ਇਹਦੇ ਪਿੱਛੇ ਸਮਾਜਿਕ ਵੀ ਗੱਲ ਹੈ, ਇਹਦੇ ਪਿੱਛੇ ਗੁਰਮੁਖੋ ਮੈਡੀਕਲ ਤੌਰ ਤੇ ਵੀ ਕੁਝ ਹਨ ਕਿ ਮ੍ਰਿਤਕ ਪ੍ਰਾਣੀ ਦੇ ਸੰਸਕਾਰ ਦੇ ਪਿੱਛੋਂ ਹੱਥ ਮੂੰਹ ਧੋ ਲੈਣਾ ਤੇ ਬਾਣੀ ਜ਼ਰੂਰ ਸੁਣਨੀ ਚਾਹੀਦੀ ਹੈ, ਕਿਉਂਕਿ ਕੁਝ ਐਸੀਆਂ ਜਿੱਥੋਂ ਆਪਾਂ ਆਉਨੇ ਆ ਉੱਥੇ ਐਸਾ ਹੀ ਹੁੰਦਾ ਹੈ। ਹਰ ਜਿਵੇਂ ਗੁਰੂ ਘਰ ਹੈ, ਇੱਥੋਂ ਦੀ ਵਾਈਬ੍ਰੇਸ਼ਨ ਉਹੇ ਜੀ ਹੈ ਤੇ ਜਿਹੋ ਜਿਹੇ ਕਿਸੇ ਜਗ੍ਹਾ ਤੇ ਜਾਵਾਂਗੇ ਉਹ ਫਿਰ ਸਾਰੀ ਹਵਾ ਪਾਣੀ ਦਾ ਅਸਰ ਹੁੰਦਾ ਹੈ। ਕਈ ਹੁਣ ਦੇਖਿਆ ਸਿਵਿਆਂ ਚੋਂ ਸਿੱਧੇ ਘਰ ਨੂੰ ਮੁੜ ਜਾਂਦੇ ਆ, ਗੁਰੂ ਘਰ ਨਹੀਂ ਆਉਂਦੇ। ਉਹ ਕਈ ਦੇਖੋ ਫਿਰ ਉਹੇ ਜੀ ਭਾਈ, ਫਿਰ ਉਹ ਘਰ ਦੇ ਵਿੱਚ ਹੋਊਗਾ ਕਲਾ ਕਲੇਸ਼ ਹੋਊ ਜਾਂ ਕੋਈ ਰੋਗ। ਇਸ ਕਰਕੇ ਮਹਾਰਾਜ ਨੇ ਜਿਹੜੀਆਂ ਰੀਤੀਆਂ ਚਲਾਈਆਂ ਦੇ ਪਿੱਛੇ ਬਹੁਤ ਵੱਡਾ ਭਾਵ ਹੈ। ਅੱਜ ਤਾਂ ਇਹ ਚੀਜ਼ਾਂ ਨੂੰ ਭਾਵੇਂ ਮੈਡੀਕਲ ਸਾਇੰਸ ਤੌਰ ਤੇ ਵੀ ਸਹੀ ਮੰਨਿਆ ਜਾ ਰਿਹਾ ਹੈ ਤੇ ਗੁਰੂ ਸਾਹਿਬ ਨੇ ਕਿੰਨੀ ਸੋਹਣੀ ਰੀਤੀ ਚਲਾਈ ਵੀ ਮ੍ਰਿਤਕ ਪ੍ਰਾਣੀ ਦਾ ਸੰਸਕਾਰ ਕਰਕੇ ਗੁਰੂ ਸਾਹਿਬ ਦੀ ਆ ਕੇ ਬਾਣੀ ਪੜ੍ਹੋ ਸੁਣੋ, ਤਾਂ ਫਿਰ ਉਹ ਜਿਹੜੀ ਸਾਰੀ ਅਪਵਿੱਤਰਤਾ ਹੈ ਇਹ ਅੰਤਰੀ ਭਾਵ ਤੋਂ ਸਾਰੀ ਮਹਾਰਾਜ ਦੂਰ ਕਰ ਦਿੰਦੇ ਨੇ। ਇਹ ਇਉਂ ਨਾ ਇਸ਼ਨਾਨ ਕੀਤਾ ਸਾਰਿਆਂ ਨੇ ਹੀ ਤੇ ਉਸ ਤੋਂ ਉਪਰੰਤ ਸਾਰੇ ਹੀ ਨਗਰ ਵੱਲ ਨੂੰ ਨਗਰ ਦਿਸ਼ਾ ਤਬ ਕੀਨ ਪਿਆਨ ਚੱਲ ਪਏ। ਧਰਮਸਾਲ ਥਿਤ ਭੇ ਸਮਦਾਈ, ਧਰਮਸ਼ਾਲਾ ਵਿੱਚ ਸਾਰੇ ਟਿਕ ਗਏ। ਬੈਠ ਤਿਹਾਵਲ ਤਿਆਰ ਕਰਾਈ, ਬੈਠ ਕੇ ਕੜਾ ਪ੍ਰਸ਼ਾਦ ਤਿਆਰ ਕਰਾਇਆ। ਸੋਹਿਲਾ ਪਠ ਸਭ ਮੈਂ ਵਰਤਾਇਓ, ਸੋਹਿਲਾ ਸਾਹਿਬ ਦੀ ਬਾਣੀ ਪੜ੍ਹ ਕੇ ਸਾਰਿਆਂ ਵਿੱਚ ਵਰਤਾ ਦਿੱਤਾ। ਦਰਬ ਰਬਾਬੀ ਅਦਕ ਸੁਦਾਇਓ, ਰਬਾਬੀਆਂ ਨੂੰ ਵੀ ਬਹੁਤ ਧਨ ਸੰਗਤਾਂ ਨੇ ਦਿੱਤਾ ਹੈ। ਪੰਜ ਸਿੱਖਨ ਯੁੱਤ ਸਭ ਤਿਸ ਕਾਲ, ਫਿਰ 5 ਸਿੱਖਾਂ ਸਮੇਤ ਸਾਰੇ ਉਸ ਸਮੇਂ ਬਿਨ ਆਹਾਰ ਰਹਿ ਕਰ ਧਰਮਸਾਲ, ਬਿਨਾਂ ਭੋਜਨ ਕੀਤਿਆਂ ਸਾਰੇ ਧਰਮਸਾਲ ਵਿੱਚ ਹੀ ਟਿਕ ਕੇ ਕੀਰਤ ਮਹਿ ਸਭ ਰੈਨ ਗੁਜ਼ਾਰੀ, ਕੀਰਤਨ ਕਰਦਿਆਂ ਸਾਰੀ ਰਾਤ ਗੁਜ਼ਾਰੀ ਹੈ। ਭਈ ਪ੍ਰਾਤ ਤਾਵੇ ਉੱਠ ਤਿਸ ਬਾਰੀ, ਸਵੇਰ ਹੋਈ ਤਾਂ ਸਾਰੇ ਭਾਈ ਉੱਠੇ ਹਨ। ਰਾਵੀ ਤਟ ਕਰਕੇ ਇਸ਼ਨਾਨ, ਰਾਵੀ ਕੰਢੇ ਸਾਰਿਆਂ ਨੇ ਇਸ਼ਨਾਨ ਕੀਤਾ ਹੈ। ਨਮੋ ਕਰੀ ਸਤਿਗੁਰ ਕੇ ਥਾਨ, ਸਤਿਗੁਰੂ ਦੇ ਉਸ ਸਥਾਨ ਨੂੰ ਸਭ ਨੇ ਨਮਸਕਾਰ ਕੀਤੀ। ਲਵਪੁਰ ਸੰਗਤ ਪੁਰ ਦਿਸ ਆਈ, ਲਾਹੌਰ ਦੀਆਂ ਸੰਗਤਾਂ ਜਿੰਨੀਆਂ ਉਹ ਸਾਰੀਆਂ ਪਹੁੰਚੀਆਂ ਹਨ। ਚੱਲੇ ਸੁਧਾ ਸਰ ਪੰਚੇ ਭਾਈ, 5 ਗੁਰਸਿੱਖ ਹੁਣ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਚੱਲ ਪਏ। ਉਤ ਸਭ ਸਿੱਖਣ ਲੱਗਿਓ ਦੀਵਾਨ, ਇੱਥੇ ਅੰਮ੍ਰਿਤਸਰ ਸਾਹਿਬ ਸਾਰੇ ਸਿੱਖਾਂ ਦਾ ਦੀਵਾਨ ਲੱਗਿਆ। ਹਰ ਗੋਬਿੰਦ ਸੋਭੈ ਦੁਤਵਾਨ, ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸੋਭਾ ਸਹਿਤ ਸੋਭਦੇ ਨੇ। ਸ਼ੋਕ ਅਚਾਨਕ ਸਭ ਮਨ ਛਾਇਓ, ਜਦੋਂ 5 ਗੁਰਸਿੱਖ ਪਹੁੰਚੇ ਸਭ ਦੇ ਮਨ ਵਿੱਚ ਇੱਕ ਵਾਰੀ ਸੋਗ ਜਿਹਾ ਛਾ ਗਿਆ ਹੈ। ਇਤਨੇ ਮਹਿ ਪੰਚੇ ਦਰਸਾਇਓ, ਇਹਨੇ ਨੂੰ ਸਾਰਿਆਂ ਨੇ ਜਦੋਂ 5 ਦਿਨਾਂ ਦੇ ਦਰਸ਼ਨ ਕੀਤੇ। ਆਏ ਨਿਕਟ ਬਹੁ ਰੋਦਨ ਕਰਾਈ, ਜਦੋਂ ਨੇੜੇ ਆਏ ਬਹੁਤ ਸੰਗਤਾਂ ਰੋਣ ਲੱਗੀਆਂ ਹਨ। ਬੰਦੇ ਪਦ ਪੰਕਜ ਗੁਰ ਰਾਈ, ਇਹਨਾਂ ਗੁਰਸਿੱਖਾਂ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਤੇ ਬੰਦਨਾ ਕੀਤੀ। ਤਾਹੇ ਸਮੇਂ ਸਭ ਨੇ ਮਨ ਜਾਣਾ, ਉਸ ਸਮੇਂ ਸਭ ਨੇ ਮਨ ਵਿੱਚ ਜਾਣਿਆ। ਗੁਰ ਵਰਤਾਏ ਦੀਨ ਹੈ ਭਾਣਾ, ਗੁਰੂ ਸਾਹਿਬ ਨੇ ਭਾਣਾ ਵਰਤਾ ਦਿੱਤਾ ਹੈ। ਸਭ ਬਰਾਗ ਕਰਬੇ ਤਬ ਲਾਗੇ, ਸਾਰੇ ਜਾਣੇ ਭਾਈ ਉਸ ਸਮੇਂ ਬਰਾਗ ਜਾ ਕਰਨ ਲੱਗੇ। ਸਿਮਰਹਿ ਗੁਰ ਗੁਣ ਸੰਕਟ ਜਾਗੇ, ਸਾਰੇ ਗੁਰੂ ਸਾਹਿਬ ਨੂੰ ਸਿਮਰਦੇ ਨੇ, ਦੁੱਖ ਜਿਹਾ ਸਭ ਦੇ ਅੰਦਰ ਜਾਗਿਆ ਹੈ। ਮਹਿਲ ਮਾਹੇ ਸੁਧ ਪਹੁੰਚੀ ਜਾਈ, ਤੋ ਘਰ ਦੇ ਵਿੱਚ ਵੀ ਖਬਰ ਇਹ ਪਹੁੰਚ ਗਈ। ਭਾਵ ਰਾਗ ਵਰਨਿਓ ਨਹਿ ਜਾਈ, ਇੰਨਾ ਬਰਾਗ ਹੋਇਆ ਜਿਹਨੂੰ ਵਰਣਨ ਨਹੀਂ ਕੀਤਾ ਜਾਂਦਾ। ਸ੍ਰੀ ਹਰਿ ਗੋਬਿੰਦ ਜੀ ਤਿਸ ਕਾਲਾ,
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਫਿਰ ਉਸ ਸਮੇਂ ਵਿਧੀ ਚੰਦ ਤੇ ਪੁੱਛਿਓ ਹਾਲਾ। ਭਾਈ ਵਿਧੀ ਚੰਦ ਜੀ ਤੋਂ ਸਾਰਾ ਹਾਲ ਪੁੱਛਿਆ ਹੈ। ਸਭ ਬਿਰਤੰਤ ਜਸ ਭਾਏ ਸੁਨਾਏ। ਉਹਨੇ ਭਾਈ ਵਿਧੀ ਚੰਦ ਜੀ ਨੇ ਸਾਰਾ ਬਿਰਤਾਂਤ ਸੁਣਾ ਦਿੱਤਾ। ਸੁਣ ਸੁਣ ਸਭ ਮਨ ਅਤ ਦੁੱਖ ਪਾਏ। ਜਿਹਨੂੰ ਸੁਣ ਸੁਣ ਕੇ ਸਭ ਦੇ ਮਨ 'ਚ ਬਹੁਤ ਦੁੱਖ ਪਾਇਆ ਹੈ। ਸ੍ਰੀ ਗੋਰੇ ਅਰਜਨ ਸਤ ਤੂੰ ਉਚਾਰੀ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੀ ਉਸਤਤੀ ਉਚਾਰੀ ਹੈ। ਚੰਦੂ ਦੁਸ਼ਟ ਕੋ ਦੈ ਬਹੁ ਗਾਰੀ। ਤੇ ਸੰਗਤਾਂ ਚੰਦੂ ਦੁਸ਼ਟ ਨੂੰ ਬਹੁਤ ਗਾਲਾਂ ਦਿੰਦੀਆਂ ਹਨ। ਪੱਤਰਕ ਪਠੀ ਸੋ ਗੋਇੰਦਵਾਰ। ਫਿਰ ਗੋਇੰਦਵਾਲ ਸਾਹਿਬ ਨੂੰ ਵੀ ਪੱਤਰਕਾ ਲਿਖ ਦਿੱਤੀ। ਪੁਰ ਕਰਤਾਰ ਖਡੂਰ ਮਝਾਰ। ਤੇ ਕਰਤਾਰਪੁਰ ਸਾਹਿਬ ਔਰ ਖਡੂਰ ਵਿੱਚ ਵੀ ਚਿੱਠੀਆਂ ਭੇਜ ਦਿੱਤੀਆਂ ਹਨ। ਏਤ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥੇ ਪੰਚਮ ਮਹੱਲੇ। ਸ੍ਰੀ ਗੁਰੂ ਅਰਜਨ ਦੇਵ ਜੀ ਜੋਤੀ ਜੋਤ ਸਮਾਵਨ ਔਰ ਵਿਧੀ ਚੰਦ ਆਏ ਸੁਦਾ ਸਰ ਆਵਨ। ਪ੍ਰਸੰਗ ਵਰਣਨ ਜੋ ਆ ਕੇ ਇੱਥੇ ਸਾਰਾ ਪ੍ਰਸੰਗ ਦੱਸਿਆ। ਨਾਮ 43ਵਾਂ ਮੰਦਰ ਹੈ। ਇੱਥੇ ਤੱਕ ਕਿ 43ਵੇਂ ਘਰ ਦਾ ਪ੍ਰਸੰਗ ਹੈ। ਦੋਹਰਾ ਅੱਗੇ 44ਵੇਂ ਘਰ ਦਾ ਤੇ ਸਮਾਪਤੀ ਵਾਲਾ ਪ੍ਰਸੰਗ ਸੰਤਰੇਣ ਜੀ ਕਹਿ ਰਹੇ ਹਨ। ਬੀਤੀ ਜਾਮ ਜਬ ਦਿਨ ਭਇਓ ਸ੍ਰੀ ਹਰਿਮੰਦਰ ਆਏ। ਜਦੋਂ ਭਾਈ ਰਾਤ ਬੀਤ ਗਈ ਦਿਨ ਚੜ੍ਹਿਆ ਹੈ। ਸ੍ਰੀ ਹਰਿਮੰਦਰ ਸਾਹਿਬ ਵਿੱਚ ਆ ਕਰਕੇ ਪੰਚਾਮ੍ਰਿਤ ਕਰਵਾਏ ਬਹੁ ਗ੍ਰੰਥ ਪਾਠ ਰਖਵਾਏ। ਬਹੁਤ ਕੜਾਹ ਪ੍ਰਸ਼ਾਦ ਤਿਆਰ ਕਰਵਾਇਆ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਰਖਵਾਇਆ ਹੈ। ਚੌਪਈ ਸ੍ਰੀ ਖਡੂਰ ਪੁੰਨ ਗੋਇੰਦਵਾਲੇ। ਜੋ ਖਡੂਰ ਸਾਹਿਬ ਤੋਂ ਗੋਇੰਦਵਾਲ ਸਾਹਿਬ ਤੋਂ ਪੁਰ ਕਰਤਾਰ ਔ ਪੁਰ ਡਾਲੇ। ਫਿਰ ਕਰਤਾਰਪੁਰ ਤੋਂ ਤੇ ਫਿਰ ਡੱਲੇ ਨਗਰ ਤੋਂ ਨਰ ਨਾਰੀ ਆਸ਼ੋਕ ਵਧਾਵੇ। ਮਾਈ ਭਾਈ ਆ ਕੇ ਸੋਗ ਜਿਹਾ ਕਰਦੇ ਹਨ। ਸ੍ਰੀ ਅਰਜਨ ਕੇ ਗੁਣ ਬਹੁ ਗਾਵੇ। ਸ੍ਰੀ ਗੁਰੂ ਅਰਜਨ ਦੇਵ ਜੀ ਦੇ ਬਹੁਤ ਗੁਣ ਗਾਉਂਦੇ ਨੇ। ਸ੍ਰੀ ਗੰਗਾ ਸਭ ਕੋ ਸਨਮਾਨੈ। ਮਾਤਾ ਗੰਗਾ ਜੀ ਸਭ ਨੂੰ ਸਨਮਾਨ ਦੇ ਰਹੀ ਹੈ। ਪੁਨ ਅਸ ਵਿਦ ਉਪਦੇਸ਼ ਬਖਾਨੈ। ਤੇ ਫਿਰ ਇਸ ਤਰ੍ਹਾਂ ਉਪਦੇਸ਼ ਵੀ ਕਹਿੰਦੀ ਹੈ ਮਾਤਾ। ਕਰੋ ਨ ਸ਼ੋਕ ਸ਼ਬਦ ਗੁਰ ਗਾਵੋ। ਭਾਈ ਸੋਗ ਨਹੀਂ ਕਰਨਾ, ਗੁਰੂ ਦੇ ਸ਼ਬਦ ਗਾਵੋ, ਬਾਣੀ ਪੜੋ। ਜਿਹ ਸੁਨ ਪਠੇ ਪਰਮ ਪਦ ਪਾਵੋ। ਜਿਸ ਬਾਣੀ ਨੂੰ ਪੜ ਸੁਣ ਕੇ ਪਰਮ ਪਦ ਦੀ ਪ੍ਰਾਪਤੀ ਹੁੰਦੀ ਹੈ। ਅਪਰ ਨਰਨ ਸਮ ਤਿਨ ਤਨ ਨਾਹੀ। ਉਹ ਹੋਰਾਂ ਪੁਰਸ਼ਾਂ ਦੇ ਵਾਂਗੂ ਗੁਰੂ ਸਾਹਿਬ ਦਾ ਸਰੀਰ ਨਹੀਂ ਸੀ। ਸਦਾ ਸੋ ਛੰਦ ਆਏ ਜਗ ਮਾਹੀ। ਉਹ ਤਾਂ ਹਮੇਸ਼ਾ ਆਪਣੀ ਇੱਛਾ ਦੇ ਮੁਤਾਬਕ ਹੀ ਜਗਤ ਵਿੱਚ ਆਏ। ਕਰ ਕਾਰਜ ਨਿਜ ਸਦਨ ਸਿਧਾਵੇ। ਤੇ ਗੁਰੂ ਆਪਣਾ ਕਾਰਜ ਕਰਕੇ ਫਿਰ ਆਪਣੇ ਸਦਨ ਘਰ ਚਲਿਆ ਜਾਂਦਾ ਹੈ। ਨਾਮ ਦਾਨ ਭਗਤੀ ਜਨ ਲਾਵੇ। ਇੱਥੇ ਸੇਵਕਾਂ ਨੂੰ ਨਾਮ ਦਾਨ ਭਗਤੀ ਵਿੱਚ ਲਾਉਂਦੇ ਹਨ। ਦੁੰਦ ਲੋਕ ਆਨੰਦ ਬਿਲੰਦੇ। ਜਿਹੜੇ ਦੋਵੇਂ ਲੋਕ ਹਨ ਉਹਨਾਂ ਦੇ ਵਿੱਚ ਬੇਅੰਤ ਆਨੰਦ ਵਿੱਚ ਹੀ ਰਹਿੰਦੇ ਨੇ। ਸਦਾ ਮੁਕੰਦ ਦਾਸ ਨਿਜ ਬਰਿੰਦੇ। ਹਮੇਸ਼ਾ ਹੀ ਆਪਣੇ ਬੇਅੰਤ ਸੇਵਕਾਂ ਨੂੰ ਮੁਕਤੀਆਂ ਬਖਸ਼ਦੇ ਹਨ। ਸੋ ਜਸ ਵਿਥਾਰ ਚੰਦ ਮਾਨਿੰਦੇ। ਚੰਦਰਮਾ ਦੀ ਚਾਨਣੀ ਵਾਂਗ ਸੋ ਜਸ ਪਰਮੇਸ਼ਰ ਦਾ ਸਾਰੇ ਫਲਾਉਂਦੇ ਹਨ। ਜਨ ਸੁਖ ਕੰਦ ਸੋ ਪਦ ਅਰਬਿੰਦੇ। ਜਿਹੜੇ ਸੇਵਕ ਨੇ ਉਹ ਸੁੱਖਾਂ ਦੇ ਕੰਦ, ਮੂਲ ਸੁੱਖਾਂ ਦੇ ਸਤਿਗੁਰੂ ਦੇ ਚਰਨਾਂ ਨੂੰ, ਕਮਲਾਂ ਨੂੰ ਭਾਈ ਨਮਸਕਾਰਾਂ ਕਰਦੇ ਨੇ ਜਾਂ ਚਰਨ ਕਮਲਾਂ ਨਾਲ ਜੁੜਦੇ ਹਨ। ਚੰਦੂ ਸ਼ਾਹ ਪਾਪੀ ਦੇ ਦੋਸ਼। ਇਹ ਤਾਂ ਚੰਦੂ ਸ਼ਾਹ ਦੇ ਪਾਪੀ ਦੇ ਸਿਰ ਦੋਸ਼ ਦੇ ਕੇ ਗਏ ਬੈਕੁੰਠ ਪਰਮ ਸੰਤੋਸ਼।
ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਬੇਅੰਤ ਸੰਤੋਸ਼ ਵਾਲੇ ਸੰਤੋਖੀ ਸਤਿਗੁਰੂ ਬੈਕੁੰਠ ਨੂੰ ਚਲੇ ਗਏ। ਭੱਲੇ ਅੰਨ ਤੇ ਹਣ ਕੁਲ ਕੀ ਦਾਰਾ। ਫਿਰ ਭਾਈ ਭੱਲੇ ਵੰਸ਼ ਤ੍ਰਿਹਣ ਵੰਸ਼ ਕੁਲ ਦੀਆਂ ਜੋ ਇਸਤਰੀਆਂ ਹਨ, ਸੁਣ ਸੁਣ ਸਭ ਹਨ ਸੋ ਜਸ ਉਚਾਰਾ। ਸਾਰਿਆਂ ਨੇ ਸੁਣ ਸੁਣ ਕੇ ਸਤਿਗੁਰੂ ਦਾ ਸ੍ਰੇਸ਼ਟ ਜਸ ਕਹਿਣਾ ਸ਼ੁਰੂ ਕੀਤਾ। ਇਤ ਸ੍ਰੀ ਦਾਤੂ ਮੋਹਰੀ ਸਾਥ। ਇਧਰ ਬਾਬਾ ਦਾਤੂ ਬਾਬਾ ਮੋਹਰੀ ਜੀ, ਧਰਮ ਚੰਦ ਬੇਦੀ ਢਿਗਨਾਥ। ਬਾਬਾ ਧਰਮ ਚੰਦ ਜੀ ਬੇਦੀ, ਉਹਨਾਂ ਦੇ ਨਾਲ ਸਤਿਗੁਰੂ ਮਾਲਕ ਆਪਰ ਸਿੱਖ ਵੱਡ ਮਿਲ ਘਰ ਆਏ। ਹੋਰ ਵੀ ਜਿਹੜੇ ਇਹਨਾਂ ਨਾਲ ਬੇਅੰਤ ਸਿੱਖ ਨੇ ਇਕੱਠੇ ਹੋ ਕੇ ਆਏ। ਸ਼ੋਕ ਮਾਹੇ ਗੁਰ ਜਸ ਬਹੁ ਗਾਏ। ਇਹਨਾਂ ਨੇ ਵੀ ਸੋਗ ਦੇ ਵਿੱਚ ਹੋ ਕੇ ਬਹੁਤ ਸਤਿਗੁਰੂ ਦਾ ਜਸ ਗਾਇਆ। ਸਿੱਖ ਸੰਗਤ ਚੌਹ ਦਿਸਨ ਵਿਸਾਲੇ। ਜਿਹੜੀਆਂ ਸਿੱਖ ਸੰਗਤਾਂ ਹਨ ਚਾਰੇ ਪਾਸੇ ਬੇਅੰਤ ਹੀ, ਨਿਤ ਪ੍ਰਤ ਆਏ ਸੁਧਾ ਸਰ ਚਾਲੇ। ਉਹ ਹੁਣ ਨਿਤਾ ਪ੍ਰਤੀ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਆ ਰਹੀਆਂ ਹਨ। ਜਿਉਂ ਜਿਉਂ ਦੇਸ਼ਨ ਮਹਿ ਸੁਧ ਜਾਵੇ। ਜਿਵੇਂ ਜਿਵੇਂ ਦੇਸ਼ਾਂ ਵਿੱਚ ਇਹ ਖਬਰ ਜਾਂਦੀ ਹੈ, ਸਹਿਤ ਮਸੰਦਨ ਸੰਗਤ ਆਵੇ। ਮਸੰਦਾਂ ਦੇ ਨਾਲ ਸੰਗਤਾਂ ਆ ਰਹੀਆਂ ਹਨ। ਲੋਕ ਹਜ਼ਾਰੋਂ ਨਿਤ ਪਹੁੰਚੰਤੇ। ਹਜ਼ਾਰਾਂ ਲੋਕ ਰੋਜ਼ ਪਹੁੰਚ ਰਹੇ ਹਨ। ਮਿਲ ਗੁਰ ਸਿੱਖਨ ਸ਼ੋਕ ਤਰੰਤੇ। ਇਉਂ ਭਾਈ ਗੁਰਸਿੱਖਾਂ ਨਾਲ ਮਿਲ ਕਰਕੇ ਸੋਗ ਜਿਹਾ ਕਰਦੇ ਨੇ। ਸ੍ਰੀ ਗੁਰ ਹਰਗੋਬਿੰਦ ਹਮੇਸ਼ੇ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਹਮੇਸ਼ਾ ਹੀ ਬੈਠੇ ਲਾਏ ਦੀਵਾਨ ਅਸ਼ੇਸ਼ੇ। ਆਪ ਸਤਿਗੁਰੂ ਦੀਵਾਨ ਲਾ ਕੇ ਬੈਠਦੇ ਨੇ। ਫਰਸ਼ ਵਿਸ਼ਾਲ ਪ੍ਰਥਮ ਕਰਾਵੇ। ਜਿਹੜੇ ਵੱਡੇ ਫਰਸ਼ ਵਿਛਾਉਣੇ ਪਹਿਲਾਂ ਹੀ ਸਤਿਗੁਰੂ ਕਰਾ ਦਿੰਦੇ। ਆਏ ਆਏ ਤਹਿ ਬੈਠਤ ਜਾਵੇ। ਸੰਗਤਾਂ ਆ ਆ ਕੇ ਬਹਿ ਬਹਿ ਕੇ ਜਾਂਦੀਆਂ ਹਨ। ਦੇਗ ਅਤੋਟ ਹੋਤ ਦਿਨ ਸਾਰੇ। ਸਾਰਾ ਦਿਨ ਅਟੁੱਟ ਲੰਗਰ ਚੱਲਦਾ ਹੈ। ਜਬ ਕੋ ਚਾਹੇ ਕਰਹਿ ਆਹਾਰੇ। ਜਦੋਂ ਕੋਈ ਚਾਹੇ ਪ੍ਰਸ਼ਾਦਾ ਛਕ ਸਕਦਾ ਹੈ। ਮਾਨਵ ਬ੍ਰਿੰਦ ਕਾਰ ਕੋ ਕਰੈ। ਬਹੁਤ ਭਾਈ ਮਨੁੱਖ ਕੰਮ ਕਾਰ ਸੇਵਾ ਕਰ ਰਹੇ ਨੇ। ਅਦਕ ਸਮਾਜ ਨਿਤਾ ਪ੍ਰਤ ਧਰੈ। ਬਹੁਤ ਜ਼ਿਆਦਾ ਸਮੱਗਰੀ ਨਿਤਾ ਪ੍ਰਤੀ ਧਰ ਰਹੇ ਹਨ। ਖਰਚ ਹੋਏ ਕਛ ਗਿਣਤੀ ਨਾਹੀ। ਕਿੰਨਾ ਖਰਚਾ ਹੋ ਰਿਹਾ ਕੋਈ ਉਹਦੀ ਗਿਣਤੀ ਨਹੀਂ। ਸਰਬ ਮਸੰਦ ਕਾਰ ਨਿਰਬਾਹੇ। ਸਾਰੇ ਮਸੰਦ ਆਪਣਾ ਜਿਹੜਾ ਕਾਰਜ ਹੈ ਗੁਰੂ ਕਾ ਕਰਵਾ ਰਹੇ ਨੇ। ਸ੍ਰੀ ਗੁਰੂ ਗ੍ਰੰਥ ਪਾਠ ਅਖੰਡਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਖੰਡ ਪਾਠ। ਏਕ ਸਮਾਪਤ ਦੁਤੀਏ ਹਵੰਡਾ। ਇੱਕ ਸਮਾਪਤੀ ਹੋਈ ਤੇ ਦੂਜਾ ਪ੍ਰਕਾਸ਼ ਹੋ ਗਿਆ। ਕਰਹਿ ਸੋ ਰਾਗੀ ਕੀਰਤਨੋ ਘਨੇ। ਜਿਹੜੇ ਰਾਗੀ ਕੀਰਤਨੇ ਬਹੁਤ ਕੀਰਤਨ ਕਰ ਰਹੇ ਨੇ। ਭਜਨ ਅਖੰਡ ਹੋਵੇ ਹਿਤ ਸਨੇ। ਅਖੰਡ ਭਜਨ ਲਗਾਤਾਰ ਪ੍ਰੇਮ ਸਹਿਤ ਭਜਨ ਹੋ ਰਿਹਾ ਹੈ। 10ਵੇਂ ਦਿਨ ਮੈਂ ਪਾਠ ਸੋ ਤੀਨਾ। ਇਉਂ 10ਵੇਂ ਦਿਨ ਫਿਰ 3 ਅਖੰਡ ਪਾਠ ਸਾਹਿਬ ਦੇ ਭਏ ਸਮਾਪਤ ਪੂਜਾ ਕੀਨਾ। ਇਉਂ ਲੜੀ ਤਹਿਤ 3 ਅਖੰਡ ਪਾਠਾਂ ਦੀ ਸਮਾਪਤੀ ਹੋਈ, ਪੂਜਾ ਕੀਤੀ। ਆਦ ਗੁਰਨ ਤਾਤਨ ਦਸਤਾਰ। ਫਿਰ ਜਿਹੜੇ ਪਹਿਲੇ ਗੁਰੂ ਸਾਹਿਬ ਸੀ ਉਹਨਾਂ ਦੀ ਔਲਾਦ ਪੁੱਤਰਾਂ ਨੇ ਜੋ ਦਸਤਾਰਾਂ ਹਨ। ਦੀਨ ਗੁਰੂ ਲੀਨੀ ਸਿਰ ਧਾਰ। ਉਹ ਦਿੱਤੀਆਂ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸੀਸ ਤੇ ਧਾਰੀਆਂ ਨੇ। ਪੁਨਹ ਪਾਠ ਆਰੰਭ ਸੁਥਾਇਓ। ਫਿਰ 10ਵੇਂ ਦਿਨ ਇਸ ਤਰ੍ਹਾਂ ਦਸਤਾਰਬੰਦੀ ਹੋ ਗਈ। ਫਿਰ ਭਾਈ ਅਖੰਡ ਪਾਠ ਆਰੰਭ ਹੋ ਗਿਆ। ਦਿਵਸ ਤਰੋਦ ਸੇ ਭੋਗ ਸੁਪਾਇਓ। ਜਿਹਦਾ ਫਿਰ ਦਿਨ 13ਵੇਂ ਦਿਨ ਭੋਗ ਪਾਇਆ ਹੈ। ਭਈ ਸੰਗਤਾਂ ਇਕੱਠੀ ਆਈ। ਬੇਅੰਤ ਸੰਗਤਾਂ ਆਈਆਂ ਹਨ ਇਕੱਠੀਆਂ ਹੋ ਕੇ। ਮਿਲ ਮਿਲ ਗੁਣ ਗੁਰ ਕੇ ਬਹੁ ਗਾਈ। ਜੋ ਮਿਲ ਮਿਲ ਕੇ ਸਤਿਗੁਰਾਂ ਦੇ ਬੇਅੰਤ ਗੁਣ ਗਾਉਂਦੀਆਂ ਹਨ।
ਪਾਠ ਆਰੰਭਿਓ ਪੰਚਮ ਤਵੈ। ਤੇ ਫਿਰ 13ਵੇਂ ਦਿਨ ਭੋਗ ਪਾ ਕੇ ਫਿਰ ਭਾਈ ਪਾਠ ਪੰਜਵਾਂ ਖੰਡ ਪਾਠ ਆਰੰਭ ਹੋ ਗਿਆ। ਦਿਵਸ 15ਵਾਂ ਆਇਓ ਜਬੈ। ਜਦੋਂ ਫਿਰ 15ਵਾਂ ਦਿਨ ਆਇਆ ਹੈ, ਜਗਤ ਰੀਤ ਕੇ ਹੇਤੁ ਗੁਸਾਈ। ਜੋ ਜਗਤ ਦੀ ਰੀਤੀ ਹੈ ਉਸ ਦੇ ਲਈ ਮਾਲਕ ਸਤਿਗੁਰੂ ਸੰਗਤ ਬੁਲਵਾਈ ਸਮੁਦਾਈ। ਸਾਰੀਆਂ ਸੰਗਤਾਂ ਨੂੰ ਫਿਰ ਸੱਦਿਆ ਹੈ। ਰਾਮਦਾਸਪੁਰ ਪੈਂਚ ਸੁਨੀਕੇ। ਜੋ ਭਾਈ ਰਾਮਦਾਸ ਇਸ ਨਗਰ ਦੇ ਜਿਹੜੇ ਸਿਆਣੇ ਚੰਗੇ ਪੈਂਚ ਸਨ, ਕਰੇ ਹਕਾਰਨ ਆਪਨ ਨਜੀਕੇ। ਸਭ ਨੂੰ ਆਪਣੇ ਕੋਲ ਸੱਦਿਆ ਹੈ। ਘਨੋ ਕਰਿਓ ਪੰਚਾਮ੍ਰਿਤ ਤਵੈ। ਬਹੁਤ ਕੜਾ ਪ੍ਰਸ਼ਾਦ ਤਿਆਰ ਕੀਤਾ। ਆਨਿਓ ਤੂਰਨ ਤਹਿ ਤੇ ਸਭੈ। ਸਾਰੇ ਤੁਰੰਤ ਭਾਈ ਆ ਗਏ ਨੇ। ਨੀਕੀ ਗੁਰ ਕੀ ਸਭਾ ਮਝਾਰਾ। ਚੰਗਾ ਗੁਰੂ ਪਾਤਸ਼ਾਹ ਜੀ ਦੇ ਦੀਵਾਨ ਸਜਿਆ, ਉਸ ਵਿੱਚ ਬੁੱਢੇ ਗ੍ਰੰਥ ਸੋ ਅੰਤ ਉਚਾਰਾ। ਬਾਬਾ ਬੁੱਢਾ ਜੀ ਨੇ ਫਿਰ ਅਖੀਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੀ। ਪੁਨਹ ਸਦ ਸ੍ਰੀ ਸੁੰਦਰ ਗਾਈ। ਫਿਰ ਬਾਬਾ ਸੁੰਦਰ ਜੀ ਦਾ ਚਾਰਨ ਕੀਤਾ। ਸਦਨਾਮੇ ਬਾਣੀ ਪੜ੍ਹੀ ਗਈ। ਚੌਰ ਕਰੇ ਗੁਰਦਾਸ ਸੁਭਾਈ। ਭਾਈ ਗੁਰਦਾਸ ਜੀ ਚੌਰ ਕਰ ਰਹੇ ਹਨ। ਜਬ ਹੈ ਗ੍ਰੰਥ ਜੀ ਪਾਇਓ ਭੋਗ। ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹ ਸਮਾਪਤੀ ਕੀਤੀ, ਭੋਗ ਪਾਇਆ। ਸੀਸ ਨਿਵਾਇਓ ਸਗਰੇ ਲੋਗ। ਸਭ ਲੋਕਾਂ ਨੇ ਸੀਸ ਨਿਵਾਇਆ ਹੈ। ਪੁਨ ਰੁਮਾਲ ਕੋ ਉੱਪਰ ਪਾਏ। ਫਿਰ ਉੱਪਰ ਰੁਮਾਲਾ ਸਾਹਿਬ ਦੇ ਦਿੱਤਾ ਗੁਰੂ ਸਾਹਿਬ ਦੇ। ਰਾਗੀ ਤਬੈ ਸ਼ਬਦ ਕੋ ਗਾਏ। ਤਾਂ ਫਿਰ ਰਾਗੀ ਸਿੰਘਾਂ ਸ਼ਬਦ ਗਾਇਨ ਕੀਤੇ। ਪੜ ਆਨੰਦ ਲੋ ਕਰ ਅਰਦਾਸ। ਕੀਰਤਨੀਆਂ ਨੇ ਆਨੰਦ ਸਾਹਿਬ ਪੜਿਆ ਤੇ ਅਰਦਾਸ ਹੋਈ। ਹਰ ਗੋਬਿੰਦ ਲੈ ਪੋਸ਼ਿਸ਼ ਪਾਸ। ਗੁਰੂ ਹਰਗੋਬਿੰਦ ਸਾਹਿਬ ਜੀ ਪੋਸ਼ਿਸ਼ ਕਹੀਏ ਪੋਸ਼ਾਕ ਜਿਹੜੀ ਆ ਉਹ ਲੈ ਕਰਕੇ ਰੇਸ਼ਮ ਜਰੀ ਸਮੇਤ ਦੁਸਾਲੇ। ਜੋ ਰੇਸ਼ਮ ਜਰੀ ਸਮੇਤ ਜਿਹੜਾ ਦੁਸਾਲੇ ਹਨ, ਸਭ ਆਪਣੇ ਤਬ ਹਾਥ ਉਠਾਲੇ। ਸਾਰੇ ਫਿਰ ਆਪਣੇ ਹੱਥ ਨਾਲ ਸਤਿਗੁਰਾਂ ਚੁੱਕੇ। ਭੇਟਾ ਸ੍ਰੀ ਗ੍ਰੰਥ ਜੀ ਕੀਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਭੇਟ ਕਰ ਦਿੱਤੇ। ਰੀਤ ਚਲਾਵਨ ਜਗ ਸ਼ੁਭ ਕੀਨ। ਜੋ ਭਾਈ ਜਗਤ ਦੇ ਵਿੱਚ ਸ਼ੁਭ ਰੀਤੀ ਚਲਾਈ। ਸੰਤ ਸਿੱਖ ਜੋ ਬਿਹੰਗਮ ਜਾਨੀ। ਜਿਹੜੇ ਸੰਤ ਤੇ ਸਿੱਖ ਬਿਹੰਗਮ ਜਾਣੇ ਜਾਂਦੇ। ਬਿਹੰਗਮ ਕਹਿੰਦੇ ਨੇ, ਬਿਹੰਗ ਨਾਮ ਪੰਛੀ ਦਾ ਹੈ। ਭਾਵ ਜਿਹੜੇ ਬਿਹੰਗਮ ਸੰਤ ਨੇ ਇੱਕ ਗ੍ਰਸਤੀ ਹੁੰਦੇ ਆ। ਜਿਹੜੇ ਫਿਰ ਗੁਰਮੁਖੋ ਗ੍ਰਸਤ ਜੀਵਨ ਵਿੱਚ ਨਹੀਂ ਪੈਂਦੇ, ਉਹਨਾਂ ਨੂੰ ਬਿਹੰਗਮ ਕਿਹਾ ਜਾਂਦਾ ਹੈ। ਦੀਨੀ ਪੋਸ਼ਿਸ਼ ਚਾਰ ਮਹਾਨੀ। ਉਹਨਾਂ ਨੂੰ ਬਹੁਤ ਸੁੰਦਰ ਪੁਸ਼ਾਕਾਂ ਦਿੱਤੀਆਂ ਹਨ। ਰਾਗੀ ਅਪਰ ਰਬਾਬੀ ਸਾਰੇ। ਜੋ ਰਾਗੀ ਤੇ ਰਬਾਬੀ ਹਨ ਸਭ। ਦੀਨ ਪੁਸ਼ਾਕੇ ਸਭ ਤਨ ਧਾਰੇ। ਉਹਨਾਂ ਨੂੰ ਵੀ ਸਰੀਰ ਉੱਪਰ ਸਭ ਨੂੰ ਪੁਸ਼ਾਕੇ ਦਿੱਤੇ ਹਨ। ਦਰਬ ਬ੍ਰਿੰਦ ਦੀਨਨ ਤਿਸ ਕਾਲਾ। ਤੇ ਬਹੁਤ ਧਨ ਵੀ ਸਤਿਗੁਰਾਂ ਨੇ ਉਸ ਸਮੇਂ ਦਿੱਤਾ ਹੈ। ਕਰੀ ਜਥਾ ਵਤ ਰੀਤ ਵਿਸਾਲਾ। ਜੋ ਵੀ ਯਥਾਰਥ ਰੀਤ ਮਰਿਆਦਾ ਸਭ ਬੇਅੰਤ ਕੀਤੀ ਹੈ। ਧਨ ਵਿਸਾਲ ਅਰਦਾਸ ਕਰਾਇਓ। ਬੇਅੰਤ ਧਨ ਵੀ ਅਰਦਾਸ ਕਰਵਾਇਆ। ਚਾਹਿਓ ਪਿਤਾ ਹਿਤ ਸਰ ਲਗਵਾਇਓ। ਹੁਣ ਪਿਤਾ ਸਤਿਗੁਰੂ ਜੀ ਦੇ ਨਿਮਿਤ ਸਰੋਵਰ ਮਹਾਰਾਜ ਬਣਾਉਣਾ ਚਾਹੁੰਦੇ ਹਨ। ਪੁਨ ਪੰਚਾਮ੍ਰਿਤ ਕੋ ਵਰਤਾਇਓ। ਫਿਰ ਭਾਈ ਕੜਾਹ ਪ੍ਰਸ਼ਾਦ ਵਰਤਾਇਆ ਹੈ। ਭਾਉ ਸੰਗ ਲੈ ਸੰਗਤ ਖਾਇਓ। ਸੰਗਤਾਂ ਨੇ ਪ੍ਰੇਮ ਨਾਲ ਲੈ ਕਰਕੇ ਛਕਿਆ ਹੈ। ਦੋਹਰਾ ਤਬ ਸ੍ਰੀ ਬ੍ਰਿਧ ਜੋਤ ਅੰਸ ਗੁਰ। ਸ੍ਰੀ ਗੋਰੇ ਔਰ ਨਿਹਾਰ। ਤਦ ਬਾਬਾ ਬੁੱਢਾ ਜੀ ਤੇ ਹੋਰ ਗੁਰੂ ਕੀ ਅੰਸ ਬੰਸ ਜਿਹੜੀਆਂ ਹਨ, ਸਤਿਗੁਰੂ ਜੀ ਵੱਲ ਵੇਖ ਕਰਕੇ ਕਹਿਤ ਭਏ ਅਸ ਵਿਦਨ ਬੈ। ਸੁਨ ਸਰੋਤਾ ਨਿਰਧਾਰ।
ਇਸ ਤਰ੍ਹਾਂ ਭਾਈ ਕਹਿਣ ਲੱਗੇ, ਹੈ ਭਾਈ ਸਰੋਤਾ ਜਨੋ ਪ੍ਰੇਮ ਨਾਲ ਸਰਵਣ ਕਰ ਲੋ ਚੌਪਈ। ਹੇ ਗੁਰ ਗੁਰ ਨਾਨਕ ਜੋ ਪੂਰੇ। ਹੇ ਗੁਰੂ ਹਰਗੋਬਿੰਦ ਜੀ, ਜੋ ਗੁਰੂ ਨਾਨਕ ਦੇ ਮਹਾਰਾਜ ਪੂਰਨ ਸਤਿਗੁਰੂ ਨਾਮ ਲੇਤ ਜਿਨ ਸੰਕਟ ਚੂਰੇ। ਜਿਨ੍ਹਾਂ ਦਾ ਨਾਮ ਲਿਆ ਸੰਕਟ ਦੁੱਖ ਸਾਰੇ ਨਾਸ਼ ਹੋ ਜਾਂਦੇ ਨੇ। ਤਿੰਨ ਜਬ ਜਗ ਤੇ ਦੇਹ ਲੁਪਾਈ। ਉਹਨਾਂ ਨੇ ਜਦੋਂ ਜਗਤ ਤੋਂ ਆਪਣੀ ਦੇਹ ਨੂੰ ਅਲੋਪ ਕੀਤਾ, ਸ੍ਰੀ ਅੰਗਦ ਬੈਠੇ ਤਿਸ ਥਾਈ, ਤਾਂ ਉਹਨਾਂ ਦੀ ਜਗ੍ਹਾ ਸ੍ਰੀ ਗੁਰੂ ਅੰਗਦ ਦੇ ਮਹਾਰਾਜ ਬੈਠੇ। ਪੁਨ ਗੋਰੇ ਅੰਗਦ ਕੀਨ ਤਿਆਰੇ। ਫਿਰ ਗੁਰੂ ਅੰਗਦ ਦੇ ਮਹਾਰਾਜ ਜੋਤੀ ਜੋ ਸਮਾਏ। ਅਮਰ ਗੁਰੂ ਨਿਜ ਥਾਂ ਬੈਠਾਰੇ। ਫਿਰ ਆਪਣੀ ਜਗ੍ਹਾ ਗੁਰੂ ਅਮਰਦਾਸ ਮਹਾਰਾਜ ਨੂੰ ਬਿਠਾਇਆ। ਅਮਰ ਗੁਰੂ ਲਗ ਜੋਤ ਸਮਾਵਨ। ਜਦੋਂ ਗੁਰੂ ਅਮਰਦਾਸ ਮਹਾਰਾਜ ਜੋਤੀ ਜੋ ਸਮਾਉਣ ਲੱਗੇ, ਰਾਵਰ ਪਿਤ ਪਿਤ ਕੀ ਬਿਠਾਵਨ, ਤਾਂ ਉਸ ਸਮੇਂ ਰਾਵਰ ਪਿਤ ਪਿਤ ਕੀ ਬਿਠਾਵਨ, ਜੋ ਆਪਣੇ ਭਾਈ ਪੁੱਤਰ ਪਿਤ ਭਾਵ ਇੱਥੇ ਆ ਗਿਆ ਜਵਾਈ, ਤੇ ਉਹਨਾਂ ਨੂੰ ਭਾਵ ਗੁਰੂ ਰਾਮਦਾਸ ਜੀ ਨੂੰ ਬਿਠਾਇਆ। ਰਾਮਦਾਸ ਗੁਰਪੁਰ ਜਬ ਗਏ। ਤੇ ਜਦੋਂ ਗੁਰੂ ਰਾਮਦਾਸ ਪਾਤਸ਼ਾਹ ਗੁਰਪੁਰੀ ਗਏ, ਸ੍ਰੀ ਅਰਜਨ ਹੈ ਬਿਠਾਵਤ ਭਏ। ਉਸ ਸਮੇਂ ਦੇਖੋ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੂੰ ਆਪਣੀ ਜਗ੍ਹਾ ਬਿਠਾਇਆ। ਤਿੰਨ ਨਿਜ ਹੱਥਾਂ ਨੇ ਆਪ ਸਥਾਪੇ। ਉਹਨਾਂ ਨੇ ਆਪਣੇ ਹੱਥੀਂ ਦੇਖੋ ਆਪ ਸਥਾਪਿਤ ਕੀਤੇ। ਖਸ਼ਟਮ ਰੂਪ ਭਏ ਗੋਰੇ ਆਪੇ। ਹੁਣ ਤੁਸੀਂ ਆਪ ਛੇਵੇਂ ਰੂਪ ਹੋ ਗਏ ਹੋ। ਆਪ ਨਿਜ ਸਿੰਘਾਸਣ ਥਿਤ ਹੋਵੋ। ਹੁਣ ਤੁਸੀਂ ਵੀ ਮਹਾਰਾਜ ਆਪਣੇ ਸਿੰਘਾਸਣ ਤੇ ਬੈਠੋ। ਦੇ ਦਰਸ਼ਨ ਸਿੱਖਨ ਦੁੱਖ ਖੋਵੋ। ਤੇ ਦਰਸ਼ਨ ਦਿਓ ਬੈਠ ਕੇ ਸਿੰਘਾਸਣ ਤੇ ਸਿੱਖਾਂ ਦੇ ਦੁੱਖ ਦੂਰ ਕਰੋ। ਗੁਰ ਗਾਦੀ ਕੋ ਕਰੋ ਆਬਾਦੀ। ਗੁਰੂ ਦੀ ਗੱਦੀ ਨੂੰ ਆਬਾਦ ਕਰੋ, ਭਾਵ ਅੱਗੇ ਵਸਾਉਣਾ ਅੱਗੇ ਚਲਾਉਣਾ ਕਰੋ। ਪਿਖ ਸਿੱਖਨ ਹੋਵੇ ਅਹਲਾਦੀ। ਜਿਹਨੂੰ ਵੇਖ ਕੇ ਮਹਾਰਾਜ ਸਿੱਖਾਂ ਵਿੱਚ ਖੁਸ਼ੀ ਹੋਵੇ। ਚੰਦੂ ਪਾਪੀ ਬੜ ਹਥਿਆਰਾ। ਜੋ ਚੰਦੂ ਪਾਪੀ ਵੱਡਾ ਹਥਿਆਰਾ ਹੈ। ਦੇਹ ਦੁਸ਼ਟ ਕੋ ਕਸ਼ਟ ਕਰਾਰਾ। ਉਸ ਦੁਸ਼ਟ ਨੂੰ ਭਿਆਨਕ ਕਸ਼ਟ ਦੁੱਖ ਸਜ਼ਾਵਾਂ ਦੇਵ। ਜੁਗ ਜੁਗ ਇਹ ਪ੍ਰਭ ਕੀ ਵਡਿਆਈ। ਇਹ ਤਾਂ ਪਰਮੇਸ਼ਰ ਦੀ ਮਹਿਮਾ ਜੁਗਾਂ ਜੁਗਾਂ ਤੋਂ ਐਸੀ ਹੈ। ਸੰਤ ਸਹਾਈ ਦੁਸ਼ਟ ਖਪਾਈ। ਕਿ ਸੰਤਾਂ ਦੀ ਸਹਾਇਤਾ ਕਰਨੀ, ਦੁਸ਼ਟਾਂ ਦਾ ਨਾਸ਼ ਕਰਨਾ। ਅਬ ਜਹ ਦੁਸ਼ਟ ਦੰਡ ਕੋ ਪਾਵੇ। ਹੁਣ ਇਹ ਚੰਦੂ ਦੁਸ਼ਟ ਵੀ ਜਦੋਂ ਸਜ਼ਾ ਐਸੀ ਪਾ ਲਵੇ। ਪੁਨਹ ਸੰਤ ਕੋ ਨਾਹੀਂ ਦੁਖਾਵੇ। ਜਿਹਨੂੰ ਵੇਖ ਕੇ ਕੋਈ ਹੋਰ ਵੀ ਸੰਤ ਪੁਰਸ਼ਾਂ ਨੂੰ ਦੁਖੀ ਨਾ ਕਰੇ। ਜੇ ਇਸ ਕੋ ਦੰਡ ਦੇਹ ਨ ਖਾਪੀ। ਮਹਾਰਾਜ ਜੀ ਇਹਨੂੰ ਦੰਡ ਦੇ ਕੇ ਨਾਸ਼ ਨਾ ਕੀਤਾ। ਤੋ ਦੁੱਖ ਦੈ ਹੈ ਸੰਤਨ ਪਾਪੀ। ਤਾਂ ਇਹ ਪਾਪੀ ਫੇਰ ਅੱਗੇ ਸੰਤ ਪੁਰਸ਼ਾਂ ਨੂੰ ਦੁੱਖ ਦੇਵੇਗਾ। ਤਾਂ ਤੇ ਇਸ ਕੋ ਦਿਓ ਦੰਡ ਚਾਈ। ਇਸ ਕਰਕੇ ਮਹਾਰਾਜ ਇਹਨੂੰ ਦੰਡ ਦੇਣਾ ਚਾਹੀਦਾ ਹੈ। ਤਬ ਜਗ ਕੀ ਮਰਿਆਦ ਰਹਾਈ। ਫੇਰ ਹੀ ਮਹਾਰਾਜ ਜਗਤ ਦੀ ਜਿਹੜੀ ਮਰਿਆਦਾ ਹੈ ਉਹ ਕਾਇਮ ਰਹੇਗੀ। ਪੁਨਹ ਤੁਰਕ ਕਰ ਹੈ ਪਤਸ਼ਾਹੀ। ਤੇਰਾ ਜਿਹੜੇ ਤੁਰਕ ਨੇ ਦੇਖੋ ਪਾਤਸ਼ਾਹੀਆਂ ਹੁਣ ਕਰ ਰਹੇ ਨੇ। ਨੀਤੀ ਤਿਆਗ ਅਨੀਤ ਗਹਾਈ। ਇਹਨਾਂ ਨੇ ਨੀਤੀਆਂ ਇਨਸਾਫ ਤਿਆਗ ਦਿੱਤਾ ਤੇ ਨੀਤੀ ਬੇਇਨਸਾਫੀਆਂ ਜਿਹੜੀਆਂ ਪਕੜ ਲਈਆਂ ਹਨ। ਰਾਜ ਮਦ ਤੇ ਭੇ ਹੰਕਾਰੀ। ਮਹਾਰਾਜ ਐਸਾ ਰਾਜ ਮਦ ਦੇ ਵਿੱਚ ਹੰਕਾਰੀ ਹੋ ਗਏ। ਦੈ ਹੈ ਧਰਮਨ ਕੋ ਦੁੱਖ ਭਾਰੀ। ਤੇ ਧਰਮੀ ਲੋਕਾਂ ਨੂੰ ਬਹੁਤ ਹੁਣੇ ਦੁੱਖ ਦੇ ਰਹੇ ਹਨ। ਛਤਰੀ ਜਗ ਮੈਂ ਕੋ ਨਾ ਰਹਾਏ। ਹੁਣ ਤਾਂ ਕੋਈ ਐਸਾ ਛਤਰੀ ਸੂਰਮਾ ਵੀ ਜਗਤ ਵਿੱਚ ਨਹੀਂ ਰਿਹਾ। ਸ਼ਾਸਤਰ ਗਹਿ ਲੈ ਧਰਮ ਬਚਾਏ। ਜਿਹੜਾ ਮਹਾਰਾਜ ਸ਼ਾਸਤਰ ਫੜ ਕੇ ਨਾ ਤੁਰਕਾਂ ਤੋਂ ਆਪਣੇ ਧਰਮ ਨੂੰ ਬਚਾ ਲਵੇ। ਛਤਰੀ ਰਾਜੇ ਜੋ ਪਹਾੜੀ।
ਜਿਹੜੇ ਪਹਾੜੀ ਰਾਜੇ ਰਾਜਪੂਤ ਛਤਰੀ ਸਨ। ਡਰ ਧਰ ਰੀਤ ਸੋ ਧਰਮ ਵਿਗਾੜੀ। ਉਹਨਾਂ ਨੇ ਤਾਂ ਮਹਾਰਾਜ ਤੁਰਕਾਂ ਤੋਂ ਡਰ ਧਾਰ ਕੇ ਧਰਮ ਦੀ ਰੀਤੀ ਮਰਿਆਦਾ ਹੀ ਆਪਣੀ ਵਿਗਾੜ ਲਈ। ਨਿਜ ਤਨ ਜਾ ਕੋ ਡੋਰੇ ਲੇਵੈ। ਉਹ ਤਾਂ ਮਹਾਰਾਜ ਆਪਣੀਆਂ ਧੀਆਂ ਦੇ ਡੋਲੇ ਲੈ ਕੇ ਤੁਰਕ ਭੂਪ ਕੇ ਘਰ ਮੈਂ ਦੇਵੈ। ਇਹਨਾਂ ਤੁਰਕ ਰਾਜਿਆਂ ਦੇ ਘਰਾਂ ਵਿੱਚ ਜਾ ਕੇ ਆਪ ਡੋਲੇ ਦਿੰਦੇ ਹਨ। ਆਸ ਮਰਿਆਦਾ ਜੋ ਬਿਗਾਰੀ। ਐਸੀ ਮਹਾਰਾਜ ਦੀ ਜਿਹੜੀ ਮਰਿਆਦਾ ਹੈ ਉਹ ਵਿਗੜ ਗਈ। ਉਹ ਸਮਾਂ ਐਸਾ ਸੀ ਜਿਹੜੇ ਰਾਜੇ ਸਨ ਆਪ ਜਾ ਜਾ ਕੇ ਧੀਆਂ ਦੇ ਡੋਲੇ ਇਹਨਾਂ ਨੂੰ ਜਿਹੜੇ ਹੈ ਪੇਸ਼ ਕਰਦੇ ਸੀ। ਸਾਡੀਆਂ ਰਿਆਸਤਾਂ ਕਾਇਮ ਰਹਿਣ। ਇਹ ਤਾਂ ਸਤਿਗੁਰਾਂ ਨੇ ਕਿਰਪਾ ਕੀਤੀ ਹੈ। ਅੱਜ ਜਿਹੜੇ ਰਾਜੇ ਬਣੇ ਬੈਠੇ ਐ ਇਹਨਾਂ ਨੇ ਤਾਂ ਤੁਰਕਾਂ ਦੇ ਅੱਗੇ ਸਿਰ ਨਹੀਂ ਸੀ ਚੁੱਕਿਆ, ਜਿਹੜੇ ਆਪਣੇ ਆਪ ਨੂੰ ਸੂਰਮੇ ਤੇ ਦੇਸ਼ ਭਗਤ ਕਹਾਉਂਦੇ ਆ। ਤੇ ਅੱਜ ਮਾਹੌਲ ਸਿੱਖਾਂ ਦੇ ਵਿਰੁੱਧ ਐਸਾ ਸਿਰਜਿਆ ਜਾ ਰਿਹਾ ਵੀ ਸਿੱਖ ਜਿਵੇਂ ਇਸ ਦੇਸ਼ ਦੇ ਵੱਡੇ ਦੁਸ਼ਮਣ ਨੇ ਤੇ ਕਿਤੇ ਸਾਨੂੰ ਗਦਾਰ, ਕਿਤੇ ਸਾਨੂੰ ਬਾਗੀ, ਕਿਤੇ ਸਾਨੂੰ ਕੁਛ ਇਹੋ ਜਿਹੇ ਜਿਹੜੇ ਅਲਫਾਜ਼ ਵਰਤੇ ਗਏ ਜਿਨ੍ਹਾਂ ਦਾ ਕਦੇ ਰਾਜ ਨਹੀਂ ਸੀ ਰਿਹਾ ਧਰਤੀ ਤੇ ਉਹ ਰਾਜ ਕਰਦੇ ਆ। ਸਾਡਾ ਤੇ ਰਾਜ ਖਿੱਤਾ ਸਾਰਾ ਸੀਗਾ। ਅਸੀਂ ਤੇ ਜੇ ਮੰਗਦੇ ਵੀ ਤਾਂ ਆਪਣਾ ਰਾਜ ਮੰਗਦੇ। ਅੱਜ ਵੀ ਕਾਗਜ਼ਾਂ ਦੇ ਵਿੱਚ ਉਹ ਰਾਜ ਬੋਲ ਰਿਹਾ। ਅਰੁਣਾਚਲ ਇਤਿਆਦਿਕ ਦਾ ਜਿਹੜਾ ਹੈ ਕਿੰਨਾ ਚਾਈਨਾ ਨੇ ਜਗ੍ਹਾ ਰੋਕੀ ਹੈ। ਇਹ ਗਏ ਸੀ ਕਹਿੰਦੇ UN ਵਿੱਚ ਸਾਡੀ ਜਗ੍ਹਾ ਛੱਡੀ ਜਾਵੇ। ਉਹ ਚਾਈਨਾ ਕਹਿੰਦੇ ਵੀ ਉਹਨਾਂ ਨੇ ਕਾਗਜ਼ ਕੱਢ ਕੇ ਰੱਖਤੇ ਵੀ ਇਹ ਤਾਂ ਖਾਲਸਾ ਰਾਜ ਦੀ ਜਗ੍ਹਾ ਹੈ। ਜਿਹੜੀ ਖਾਲਸਾ ਸਰਕਾਰ ਆ ਉਹ ਸਾਡੇ ਨਾਲ ਗੱਲ ਕਰੇ। ਹਿੰਦੁਸਤਾਨੀਆਂ ਦੀ ਤਾਂ ਇਹ ਜਗ੍ਹਾ ਹੀ ਹੈ ਨਹੀਂ ਗੀ। ਲਿਆਓ ਤੁਹਾਡੇ ਕੋਲੇ ਕਿੱਥੇ ਹੈ ਕਾਗਜ਼। ਫਿਰ ਇਹ ਚੁੱਪ ਕਰਕੇ ਬੈਠ ਗਏ। ਤੋ ਕਹਿਣ ਦਾ ਭਾਵ ਹੈ ਪਰ ਅਸੀਂ ਹੁਣ ਗੁਰਮੁਖੋ ਡਰਾ ਇੰਨੇ ਦਿੱਤੇ ਆ ਇਹ ਹੁਣ ਅਸੀਂ ਖੁਦ ਵੀ ਨਹੀਂ ਇਹ ਰਾਜ ਦੀ ਗੱਲ ਨਾ ਸੁਣਨਾ ਚਾਹੁੰਦੇ ਆ ਤੇ ਨਾ ਕਰਨਾ ਚਾਹੁੰਦੇ ਹਾਂ। ਅਸੀਂ ਉਹਨਾਂ ਲੋਕਾਂ ਦੇ ਹੁਣ ਥੱਲੇ ਲੱਗ ਗਏ ਜਿਹੜੇ ਕਦੇ ਆਪਣੀਆਂ ਧੀਆਂ ਦੇ ਡੋਲੇ ਤੁਰਕਾਂ ਨੂੰ ਦੇ ਕੇ ਆਪਣਾ ਰਾਜ ਭਾਗ ਕਾਇਮ ਕਰਦੇ ਸਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਆਸ ਮਰਿਆਦਾ ਜੋ ਬਿਗਾਰੀ। ਐਸੀ ਜਿਹੜੀ ਮਰਿਆਦਾ ਇਹਨਾਂ ਨੇ ਵਿਗਾੜ ਦਿੱਤੀ। ਰਾਵਰ ਬਿਨ ਕੋ ਨਾਹੀ ਸੁਧਾਰੀ। ਹੁਣ ਤੁਹਾਡੇ ਬਿਨਾਂ ਸਤਿਗੁਰੂ ਕੋਈ ਨਹੀਂ ਸੁਧਾਰ ਸਕਦਾ। ਅਸ ਕਹਿ ਪੁਨ ਸੁੰਦਰ ਦਸਤਾਰ। ਇਸ ਤਰ੍ਹਾਂ ਕਹਿ ਕੇ ਫਿਰ ਸੋਹਣੀ ਸੁੰਦਰ ਦਸਤਾਰ ਬਨਵਾਈ ਸ੍ਰੀ ਗੁਰ ਤਿਸ ਬਾਰ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੇ ਉਹ ਬਣਵਾਈ ਹੈ ਦੋਹਰਾ। ਤਰਿਓ ਸ਼ੋਕ ਤਬ ਸਭ ਹਿਰਦੇ ਹਰਖ ਭਏ ਅਧਿਕਾਏ। ਤੇ ਸਾਰਿਆਂ ਦੇ ਹਿਰਦੇ ਵਿੱਚੋਂ ਸ਼ੋਕ ਦੂਰ ਹੋਇਆ ਹੈ। ਸਾਰੇ ਭਾਈ ਬੇਅੰਤ ਪ੍ਰਸੰਨ ਖੁਸ਼ ਹੋਏ ਹਨ। ਬੰਦਨ ਕਰ ਗੁਰ ਚਰਨ ਮਹਿ ਜੋ ਸਭ ਬਿਧ ਸੁਖ ਦਾਏ। ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਤੇ ਬੰਦਨਾ ਕਰਦੇ ਐ ਜਿਸ ਵਿੱਚ ਭਾਈ ਸਭ ਤਰ੍ਹਾਂ ਕਰਕੇ ਜੋ ਸਤਿਗੁਰੂ ਦੇ ਚਰਨ ਸੁਖਦਾਇਕ ਨੇ। ਲੈ ਸਭ ਸੰਗਤ ਸੰਗ ਤਬ ਔ ਪ੍ਰਸਾਦ ਕੋ ਥਾਲ। ਫਿਰ ਮਹਾਰਾਜ ਸਾਰੀਆਂ ਸੰਗਤਾਂ ਨੂੰ ਲੈ ਕੇ ਤੇ ਇੱਕ ਪ੍ਰਸ਼ਾਦ ਵਾਲਾ ਥਾਲ ਲੈ ਕਰ ਹਰ ਮੰਦਰ ਕੇ ਵਹਿਰ ਤਬ ਨਿਕਸੇ ਦੀਨ ਦਿਆਲ। ਸ੍ਰੀ ਹਰਮੰਦਰ ਸਾਹਿਬ ਤੋਂ ਬਾਹਰ ਦੀਨ ਦਿਆਲ ਗੁਰੂ ਹਰਗੋਬਿੰਦ ਸਾਹਿਬ ਜੀ ਨਿਕਲੇ ਹਨ। ਚੌਪਈ ਰਾਮ ਸਰੋਵਰ ਕੀ ਦਿਸ ਆਏ। ਤਾਂ ਭਾਈ ਜੋ ਰਾਮ ਸਰੋਵਰ ਜਿਹੜਾ ਕਿ ਜਿੱਥੇ ਆ ਸਤਿਗੁਰੂ ਸੱਚੇ ਪਾਤਸ਼ਾਹ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਲਿਖਵਾਏ ਸੁਖਮਨੀ ਬਾਣੀ ਉਚਾਰੀ ਰਾਮਸਰ ਸਾਹਿਬ, ਜੋ ਇਧਰੋਂ ਜਾਂਦੇ ਆ ਆਪਾਂ ਜਿੱਥੇ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਸ਼ਹੀਦਗੰਜ ਸਥਾਨ ਉਹਦੇ ਨਾਲ ਹੀ ਰਾਮਸਰ ਸਾਹਿਬ ਹੈ। ਇਧਰ ਨੂੰ ਸਤਿਗੁਰੂ ਆਏ ਹਨ। ਉੱਤਰ ਦਿਸ਼ਾ ਸ਼ੁਭ ਥਲ ਦਰਸਾਏ। ਉੱਤਰ ਦਿਸ਼ਾ ਦੇ ਵੱਲ ਨੂੰ ਫਿਰ ਸ਼ੁਭ ਸਥਾਨ ਵੇਖਿਆ। ਸਥਿਤ ਭੇ ਸਿੱਖਨ ਸੁਖਦਾਈ। ਇਉਂ ਸੁੱਖਾਂ ਦੇ ਦਾਤੇ ਸਤਿਗੁਰੂ ਤੇ ਸਿੱਖਾਂ ਸਮੇਤ ਟਿਕੇ। ਬਿਰਧ ਜੀ ਤੇ ਅਰਦਾਸ ਸੁਧਾਈ। ਬਾਬਾ ਬੁੱਢਾ ਜੀ ਨੂੰ ਕਿਹਾ ਅਰਦਾਸਾ ਸੋਧੋ ਭਾਵ ਅਰਦਾਸ ਕਰਵਾਈ।
ਸਭ ਮਹਿ ਤਬ ਪ੍ਰਸਾਦ ਵਰਤਾਇਓ। ਉੱਥੇ ਸਾਰਿਆਂ ਨੂੰ ਭਾਈ ਕੜਾਹ ਪ੍ਰਸਾਦ ਵਰਤਾਇਆ ਹੈ। ਨਿਜ ਕਰ ਤੇ ਗੁਰ ਟੱਕ ਲਗਾਇਓ। ਆਪਣੇ ਹੱਥੀਂ ਗੁਰੂ ਸਾਹਿਬ ਜੀ ਨੇ ਟੱਕ ਲਾਇਆ ਹੈ। ਕਹਿਓ ਬ੍ਰਿਧ ਪ੍ਰਭ ਸਰ ਕੋ ਨਾਮ। ਤਾਂ ਬਾਬਾ ਬੁੱਢਾ ਜੀ ਕਹਿਣ ਲੱਗੇ, ਹੈ ਪਰਮੇਸ਼ਰ, ਇਸ ਸਰੋਵਰ ਦਾ ਜੋ ਨਾਮ ਹੈ, ਭਾਖੋ ਸ੍ਰੀ ਮੁਖ ਤੇ ਅਬਿਰਾਮ। ਆਪਣੇ ਸੁਹਾਏ ਮਾਨ ਮੁਖ ਤੋਂ ਸੁੰਦਰ ਨਾਮ ਸਤਿਗੁਰੂ ਜੀ ਦੱਸੋ। ਸੁਣ ਗੁਰ ਕਹਿਓ ਜੋ ਪਿਤਾ ਹਮਾਰੇ। ਇਹ ਸੁਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ ਵੀ ਜੋ ਸਾਡੇ ਪਿਤਾ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਭੇ ਵਿਵੇਕ ਕੀ ਅਵਧੀ ਭਾਰੇ। ਜੋ ਇਹ ਬਾਬਾ ਬੁੱਢਾ ਜੀ ਵਿਵੇਕ ਦੀ ਜਾਣੂ ਅਵਧੀ ਸਨ, ਮਹਾਨ ਹੱਦ ਸੀ ਵਿਵੇਕ ਦੀ। ਤਨ ਪਰ ਕਸ਼ਟ ਅਨੇਕ ਸਹਾਰੇ। ਜਿਨ੍ਹਾਂ ਨੇ ਦੇਖੋ ਆਪਣੇ ਸਰੀਰ ਉੱਤੇ ਅਨੇਕਾਂ ਕਸ਼ਟ ਸਹਾਰੇ। ਧੀਰਜ ਧਰਨੀ ਸਮ ਮਨ ਧਾਰੇ। ਤੇ ਧਰਤੀ ਦੇ ਵਾਂਗੂ ਆਪਣੇ ਮਨ ਵਿੱਚ ਧੀਰਜ ਧਾਰਿਆ। ਇਹੋ ਸਰ ਤਿੰਨ ਨਿਮਿਤ ਲਗਵਾਇਓ। ਇਹ ਜਿਹੜਾ ਸਰੋਵਰ ਹੈ, ਗੁਰੂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੇ ਨਿਮਿਤ ਬਾਬਾ ਜੀ ਬਣਾਉਣਾ ਹੈ। ਸਰਬ ਵੇਕ ਇਸ ਤੇ ਇਹ ਥਾਇਓ। ਇਸ ਕਰਕੇ ਹੁਣ ਇਹਦਾ ਸਥਾਨ ਦਾ, ਇਸ ਸਰੋਵਰ ਦਾ ਨਾਮ ਵਿਵੇਕ ਸਰ ਹੈ। ਸ਼ਰਧਾ ਧਾਰ ਜੋ ਇਸ ਮਹਿ ਨਹਾਵੈ। ਜਿਹੜਾ ਵੀ ਕੋਈ ਪ੍ਰਾਣੀ ਸ਼ਰਧਾ ਧਾਰ ਕੇ ਇੱਥੇ ਇਸ਼ਨਾਨ ਕਰੇਗਾ, ਲਹਿ ਵਿਵੇਕ ਗੁਰ ਚਰਨ ਸਮਾਵੈ। ਉਹਨੂੰ ਵਿਵੇਕ ਦੀ ਪ੍ਰਾਪਤੀ ਹੋਵੇਗੀ, ਗੁਰੂ ਚਰਨਾਂ 'ਚ ਸਮਾ ਜਾਵੇਗਾ। ਬੇਅੰਤ ਜਿਹੜੇ ਬਹੁਤ ਐਸੇ ਪੁਰਾਣੇ ਸਮੇਂ ਵਿੱਚ ਸਾਧੂ ਮਹਾਤਮਾ ਇਸ ਵਿਵੇਕ ਸਰ ਸਥਾਨ ਤੇ ਰਹਿੰਦੇ ਹੁੰਦੇ ਸਨ। ਕਹਿੰਦੇ ਸੀ ਵੀ ਇੱਥੋਂ ਗਿਆਨ ਦੀ ਪ੍ਰਾਪਤੀ ਹੁੰਦੀ ਆ। ਗੁਰੂ ਦੇ ਬਚਨ ਨੇ, ਬੜੇ ਬੜੇ ਬੰਦਗੀ ਵਾਲੇ ਜਿਹੜੇ ਮਹਾਂਪੁਰਸ਼ ਉਹ ਉਸ ਸਥਾਨ ਦੇ ਉੱਤੇ ਵਾਸਾ ਰੱਖਦੇ ਸੀ ਜਿੱਥੇ ਵਿਵੇਕ ਸਰ ਸਾਹਿਬ ਸਥਾਨ ਹੈ। ਤੇ ਉਹ ਉੱਥੋਂ ਹੀ ਆਪਾਂ, ਜੇ ਇੱਧਰੋਂ ਹੀ ਆਪਾਂ ਜਾਈਏ ਨਾ ਬਾਬਾ ਦੀਪ ਸਿੰਘ ਜੀ ਵਾਲੇ ਸਥਾਨ ਤੋਂ ਹੀ, ਉੱਥੋਂ ਦਰਸ਼ਨ ਕਰਕੇ ਰਾਮਸਰ ਸਾਹਿਬ ਦੇ ਦਰਸ਼ਨ ਕਰ ਲੈਣੇ ਆ। ਫਿਰ ਅੱਗੇ ਨੂੰ ਗਲੀ ਜਾਂਦੀ ਹੈ ਰਸਤਾ, ਉਹ ਆਪਾਂ ਤੁਰੇ ਜਾਈਏ ਤਾਂ ਅੱਗੇ ਰਸਤੇ ਵਿੱਚ ਫਿਰ ਜੇ ਇੱਧਰੋਂ ਜਾਈਏ ਸੱਜੇ ਹੱਥ ਵਿਵੇਕ ਸਰ ਸਾਹਿਬ ਸਥਾਨ ਹੈ, ਉਹਦੇ ਦਰਸ਼ਨ ਹੋ ਜਾਂਦੇ ਆ। ਫਿਰ ਅੱਗੇ ਤੁਰੇ ਜਾਓ ਤੇ ਉਹ ਆਪਾਂ ਇੱਧਰ ਨਿਕਲ ਆਵਾਂਗੇ, ਉੱਥੇ ਜਾ ਕੇ ਜਿੱਥੇ ਬਾਬਾ ਟੱਲ ਜੀ ਦਾ ਸਥਾਨ ਹੈ ਉੱਥੇ ਨਿਕਲ ਜਾਂਦੇ ਆ। ਪਰ ਉਹ ਆਮ ਇੱਧਰ ਦੀ ਸੰਗਤ ਜਾਂਦੀ ਨਹੀਂ, ਕਿਉਂਕਿ ਥੋੜਾ ਤੁਰਨਾ ਪੈਂਦਾ ਹੈ। ਪਰ ਜਦੋਂ ਕਿਤੇ ਜਾਓ ਤਾਂ ਇੱਧਰ ਦੀ ਜਾਓਗੇ ਤਾਂ ਇਹ ਸਥਾਨਾਂ ਦੇ ਦਰਸ਼ਨ ਹੋ ਜਾਂਦੇ ਆ। ਤੇ ਫਿਰ ਉਹ ਉੱਥੇ ਹੀ ਦੇਖੋ ਬਾਬਾ ਟੱਲ ਜੀ ਦਾ ਸਥਾਨ ਹੈ। ਤੇ ਬਾਬਾ ਟੱਲ ਜੀ ਦੇ ਸਥਾਨ ਦੇ ਪਿਛਲੇ ਪਾਸੇ ਜਾਓ, ਨਵਾਬ ਕਪੂਰ ਸਿੰਘ ਹੋਣੇ ਉਹ ਜਿਹੜੇ ਗੁਰਮੁਖ ਨੇ, ਉਹਨਾਂ ਦੇ ਜੱਸਾ ਸਿੰਘ ਆਲੂ ਵਾਲਿਆ, ਉਹਨਾਂ ਦੀਆਂ ਸਮਾਧਾਂ ਗੁਰਮੁਖੋ ਦਰਸ਼ਨ ਮੇਲੇ ਕਰਨੇ ਚਾਹੀਦੇ ਆ। ਉੱਥੇ ਹੀ ਕੌਲਸਰ ਸਾਹਿਬ ਸਰੋਵਰ ਹੈ। ਉੱਥੋਂ ਨਾਲ ਹੀ ਫਿਰ ਆਪਾਂ ਇੱਧਰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਇੱਧਰ ਨੂੰ ਆ ਜਾਈਏ। ਮਹਾਰਾਜ ਦੇ ਸਥਾਨ, ਪਵਿੱਤਰ ਸਥਾਨ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਮੇਲੇ ਲੰਗਰ ਵਾਲੇ ਪਾਸਿਓਂ ਦੀ ਹੋ ਕੇ ਆਪਾਂ ਕਰ ਸਕਦੇ ਹਾਂ। ਤੇ ਫਿਰ ਇੱਥੋਂ ਜਾ ਕੇ ਥੋੜਾ ਅੱਗੇ ਪਰੇ ਸੰਤੋਖਸਰ ਸਾਹਿਬ, ਜਿੱਥੇ ਕਿ ਗੁਰੂ ਸਾਹਿਬ ਜੀ ਦਾ ਫਿਰ ਘਰ ਸਥਾਨ ਸਾਰੇ ਉਧਰਲੇ ਪਾਸੇ ਸੀ, ਰਹਿائش ਮਕਾਨ ਜਿਹੜੇ ਸਨ, ਉਹ ਦਰਸ਼ਨ ਮੇਲੇ ਹੋ ਜਾਂਦੇ ਨੇ। 5 ਸਰੋਵਰ ਹੈ ਇੱਥੇ, ਬਾਕੀ ਹੋਰ ਵੀ ਹੈ ਜਿਹੜੇ 6ਵੇਂ ਪਾਤਸ਼ਾਹ ਮਹਾਰਾਜ ਮੌਕੇ ਜੰਗਾਂ ਯੁੱਧਾਂ ਹੋਈਆਂ, ਉਹ ਸ਼ਹੀਦਾਂ ਦੇ ਸਥਾਨ ਗੁਰੂ ਘਰ ਵੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਹਨ। ਜਿਹੜੀ ਅੰਮ੍ਰਿਤਸਰ ਦੀ ਜੰਗ ਹੋਈ ਹੈ ਉਹ ਵੀ ਸਥਾਨ ਗੁਰਮੁਖੋ ਇੱਥੇ ਹੀ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਹੈ ਸ਼ਹਿਰ ਦੇ। ਉਹ ਤੋਂ ਇੱਕ ਬਹੁਤ ਸਥਾਨ ਨੇ ਜਿੱਥੇ ਦਰਸ਼ਨ ਮੇਲੇ ਕੀਤੇ ਜਾ ਸਕਦੇ ਆ, ਕਰਨੇ ਚਾਹੀਦੇ ਆ ਸਮਾਂ ਕੱਢ ਕੇ। ਤੋ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਹਾ, ਭਾਈ ਵਿਵੇਕ ਦੀ ਪ੍ਰਾਪਤੀ ਹੋ, ਗੁਰੂ ਚਰਨਾਂ 'ਚ ਸਮਾਵੇਗਾ। ਸੁਣ ਕਰ ਸਤਿਗੁਰ ਤੇ ਸੁਭ ਬਾਣੀ। ਸੁਣ ਕੇ ਸੁਭ ਬਾਣੀ ਪਵਿੱਤਰ ਬਚਨ ਸਤਿਗੁਰੂ ਤੋਂ, ਭਇਓ ਸਭਨ ਮਨ ਹਰਖ ਮਹਾਨੀ। ਸਾਰਿਆਂ ਦੇ ਮਨ ਵਿੱਚ ਬਹੁਤ ਖੁਸ਼ੀ ਹੋਈ। ਲੱਗੇ ਤਾਲ ਕੀ ਕਾਰ ਤਦਾਈ। ਤਦ ਫਿਰ ਸਰੋਵਰ ਦੀ ਜਿਹੜੀ ਹੈ ਕਾਰ ਸੇਵਾ ਵਿੱਚ ਲੱਗ ਗਏ। ਖਨਨ ਲੱਗੇ ਮ੍ਰਿਤਕਾ ਸਮੁਦਾਈ।
ਸਾਰੀ ਜੋ ਮਿੱਟੀ ਹੈ ਪੁੱਟਣ ਲੱਗੇ ਹਨ। ਪਠੈ ਸ਼ਬਦ ਮਨ ਪ੍ਰੇਮ ਵਢਾਏ। ਇਹ ਮਨ ਵਿੱਚ ਪ੍ਰੇਮ ਵਧਾ ਕੇ ਸ਼ਬਦ ਬਾਣੀ ਪੜ੍ਹਦੇ। ਕਰੈ ਕਾਰ ਅਤ ਸਹਿ ਚਿਤ ਲਾਏ। ਪੂਰਾ ਚਿੱਤ ਲਾ ਕੇ ਸੇਵਾ ਕਰਦੇ ਨੇ। ਜਨਮ ਮਰਨ ਜਿਸ ਤੇ ਕੱਟ ਜਾਏ। ਜਿਹਦੇ ਨਾਲ ਭਾਈ ਜਨਮ ਮਰਨ ਕੱਟਿਆ ਜਾਂਦਾ ਹੈ। ਜਹ ਬੈਠੇ ਸ੍ਰੀ ਗੁਰ ਸੁਖ ਦਾਏ। ਜਿੱਥੇ ਸੁੱਖਾਂ ਦੇ ਦਾਤੇ ਸਤਿਗੁਰੂ ਜੀ ਬੈਠੇ। ਅਬ ਤਹ ਥਾਨ ਛਠਮ ਗੁਰ ਕੇਰਾ। ਹੁਣ ਉਹ ਸਥਾਨ ਛੇਵੇਂ ਪਾਤਸ਼ਾਹ ਮਹਾਰਾਜ ਜੀ ਦਾ। ਸਰਬ ਬੇਕ ਤਟ ਪਰ ਕਬ ਹੇਰਾ। ਸੰਤ ਰੇਣ ਕਵੀ ਪ੍ਰੇਮ ਸਿੰਘ ਜੀ ਕਹਿੰਦੇ, ਭਾਈਓ ਵਿਵੇਕਸਰ ਦੇ ਕਿਨਾਰੇ ਮੈਂ ਆਪ ਦਰਸ਼ਨ ਕੀਤੇ ਹਨ। ਸ੍ਰੀ ਗੁਰ ਪੰਚਮ ਕਥਾ ਅਪਾਰੇ। ਇਹ ਜੋ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੀ ਕਥਾ ਇਹ ਤਾਂ ਭਾਈ ਬੇਅੰਤ ਹੈ। ਸ਼ੇਸ਼ ਸਾਰਦਾ ਲਹੈ ਨ ਪਾਰੇ। ਜਿਹਦਾ ਸ਼ੇਸ਼ ਨਾਗ ਕੀ ਸ਼ਾਰਦਾ ਸਰਸਵਤੀ ਵੀ ਕੋਈ ਪਾਰ ਨਹੀਂ ਪਾ ਸਕਦੀ। ਏਕ ਜਿਹੀ ਕਿਆ ਸਕੈ ਬਖਾਨਾ। ਤੇ ਇੱਕ ਜੀਵ ਦੱਸੋ ਕੀ ਬਖਿਆਨ ਕਰ ਸਕਦੀ ਹੈ। ਜਥਾ ਮਤ ਦੀਨੀ ਗੁਰਦਾਨਾ। ਜੈਸੀ ਗੁਰੂ ਦਾਤੇ ਨੇ ਮੈਨੂੰ ਮਤ ਬਖਸ਼ੀ, ਸੰਤ ਰੇਣ ਜੀ ਕਹਿੰਦੇ, ਤਥਾ ਕਥੀ ਨਿਜ ਮਤ ਨਹਿ ਕਾਏ। ਉਹੇ ਜੀ ਭਾਈ ਮੈਂ ਕਥਨ ਕਰ ਦਿੱਤੀ, ਮੈਨੂੰ ਆਪ ਨੂੰ ਕੋਈ ਮਤ ਨਹੀਂ। ਇਤੀ ਭਈ ਅਬ ਇਸ ਥਾਲੇ ਆਏ। ਇਸ ਜਗ੍ਹਾ ਤੇ ਆ ਕੇ ਪੰਜਵੇਂ ਪਾਤਸ਼ਾਹ ਮਹਾਰਾਜ ਦੀ ਕਥਾ, ਜੀਵਨ ਦੀ ਕਥਾ ਦੀ ਸਮਾਪਤੀ ਹੁੰਦੀ ਹੈ। ਦੋਹਰਾ ਪਠੈ ਸੁਨੈ ਮਨ ਲਾਏ ਜੋ। ਗਾਥਾ ਗੁਰ ਸੁਖ ਦਾਈ। ਜਿਹੜਾ ਵੀ ਕੋਈ ਗੁਰਮੁਖੋ ਮਨ ਲਾ ਕੇ ਇਸ ਕਥਾ ਨੂੰ ਪੜ੍ਹੇਗਾ, ਸੁਣੇਗਾ, ਗੁਰੂ ਸਾਹਿਬ ਜੀ ਦੀ ਇਸ ਸੁਖਦਾਇਕ ਕਥਾ ਨੂੰ, ਚਤਰ ਪਦਾਰਥ ਪਾਏ ਹੈ। ਸੰਤ ਰੇਣ ਬਲ ਜਾਏ। ਉਹਨਾਂ ਨੂੰ ਚਾਰੇ ਪਦਾਰਥਾਂ ਦੀ ਪ੍ਰਾਪਤੀ ਹੋਵੇਗੀ। ਸੰਤ ਰੇਣ ਪ੍ਰੇਮ ਸਿੰਘ ਜੀ ਕਹਿੰਦੇ, ਮੈਂ ਤੇ ਉਹਨਾਂ ਸਰੋਤਿਆਂ ਤੋਂ ਭਾਈ ਬਲਿਹਾਰ ਜਾਂਦਾ ਹਾਂ। ਇਤ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥੇ। ਇੱਥੇ ਤੱਕ ਸ੍ਰੀ ਇਹ ਗੁਰਪੁਰ ਪ੍ਰਕਾਸ਼ ਗ੍ਰੰਥ ਦਾ ਜੋ ਪੰਚਮ ਮਹੱਲੇ ਦੀ ਕਥਾ ਹੈ। ਸ੍ਰੀ ਸਤਿਗੁਰੂ ਅਰਜਨ ਸਾਹਿਬ ਜੀ ਜੋਤੀ ਜੋਤ ਸਮਾਵਨ ਔਰ ਵਿਵੇਕਸਰ ਪ੍ਰਸੰਗ ਵਰਣਨ। ਗੁਰੂ ਅਰਜਨ ਦੇਵ ਪਾਤਸ਼ਾਹ ਦਾ ਜੋਤੀ ਜੋਤ ਸ਼ਹੀਦੀ ਦਾ ਪ੍ਰਸੰਗ ਜਿਹੜਾ ਹੈ ਉਹ ਵਰਣਨ ਕੀਤਾ ਹੈ। ਕਵੀ ਸੰਤ ਰੇਣ ਪ੍ਰੇਮ ਸਿੰਘ ਭਾਖਾ ਵੇ ਰਚਤੇ। ਇਹ ਕਵੀ ਸੰਤ ਰੇਣ ਪ੍ਰੇਮ ਸਿੰਘ ਜੀ ਨੇ ਭਾਈ ਉਚਾਰਨ ਕੀਤਾ, ਲਿਖਣਾ ਕੀਤੀ। ਨਾਮ 44 ਸਮੂਹ ਮੰਦਰ ਹੈ। 44ਵੇਂ ਘਰ ਦਾ ਇਹ ਪ੍ਰਸੰਗ ਹੈ। ਸ੍ਰੀ ਪੰਚਮ ਗੁਰ ਗਾਥਾ ਸ਼ੁਭ ਸਮਾਪਤੰ। ਇਹ ਭਾਈ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਪੰਜਵੇਂ ਪਾਤਸ਼ਾਹ ਮਹਾਰਾਜ ਦੇ ਜੀਵਨ ਦੀ ਜਿਹੜੀ ਕਥਾ ਸੀ ਉਹਦੀ ਇੱਥੇ ਸਮਾਪਤੀ ਹੁੰਦੀ ਹੈ। ਤੇ ਹੁਣ ਟਾਈਮ ਵੀ ਹੋ ਗਿਆ ਹੈ ਸਮਾਪਤੀ ਦਾ। ਭੁੱਲ ਚੁੱਕ ਦੀ ਖਿਮਾ। ਕੱਲ ਆਪਾਂ 6ਵੇਂ ਪਾਤਸ਼ਾਹ ਮਹਾਰਾਜ ਦਾ ਜੀਵਨ ਪ੍ਰਸੰਗ ਦੀ ਕਥਾ ਆਰੰਭ ਕਰਾਂਗੇ। ਤੋ ਸਾਰੇ ਮਾਈ ਭਾਈ ਉਚਾਰਨ ਕਰੋ ਜੀ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤਰੇ ਪਾਰ। ਜੋ ਸਰਦਾ ਕਰ ਸੇਵੰਦੇ, ਗੁਰ ਪਾਰ ਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।